ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨਾ। ਸਿਮਰਹੁ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਾ, ਹਿਰਦੈ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ, ਗੁਰ ਅਰਜੁਨ ਬਿਘਨ ਕੇ ਨਾਸ਼ਕ, ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ਬਦ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ, ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ, ਯਾ ਮਹਿ ਅੰਮ੍ਰਿਤ ਗਿਆਨ ਹੈ, ਨਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦਾਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਪ੍ਰਸੰਨ ਭਾਏ ਗੁਰੂ ਅਰਜਨ, ਮਹਿਮਾ ਸੰਤਨ ਕਰਹਿ ਉਚਾਰ। ਸ਼ੁਸ਼ਕ ਸਥਲ ਜਲ ਪਲ ਮਹਿ ਪੂਰੈ, ਪੂਰਨ ਸ਼ੁਸ਼ਕ ਕਰਹਿ ਇਕ ਬਾਰ। ਸੁਨਤ ਪ੍ਰਸੰਨ ਭਾਏ ਗੁਰ ਅਰਜਨ, ਮਹਿਮਾ ਸੰਤਨ ਕਰਹਿ ਉਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਕੋਟ ਬ੍ਰਹਮੰਡਾਂ ਦੇ ਮਾਲਕ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਜੁਗ ਜੁਗ ਅਟਲ ਸਤਿਗੁਰੂ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਭਾਈਮਾਨ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ, ਵਡਿਆਈ ਦੇ ਪਾਤਰ ਹੋਇਆ ਆਪ ਜੀ, ਜਿਨ੍ਹਾਂ ਨੇ ਆਪਣੇ ਨਿਤ ਦੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ। ਅਪਰੰਤ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪੰਜਵੇਂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ। ਸਤਿਗੁਰੂ ਜੀ ਜੋ ਆਪ ਆਪਣੀ ਮਿਹਰਾਮਤ ਕਰਕੇ ਰੋਜ਼ਾਨਾ ਇਸ ਪਾਵਨ ਅਸਥਾਨ ਤੇ ਕਰਵਾਉਂਦੇ ਨੇ, ਉਸ ਅਨੁਸਾਰ ਆਪ ਜੀ ਨੇ ਇਥੋਂ ਤੱਕ ਸਰਵਣ ਕੀਤਾ। ਮਾਤਾ ਗੰਗਾ ਜੀ ਬਹੁਤ ਹੀ ਸਤਿਕਾਰਯੋਗ, ਸਾਡੇ ਸਾਰਿਆਂ ਦੇ ਮਾਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗੁਰਦੁਆਰਾ ਬੀੜ ਸਾਹਿਬ ਉੱਤੇ ਪਹੁੰਚਦੇ ਨੇ। ਸੇਵਾ ਕਰਕੇ ਬਾਬਾ ਜੀ ਦੇ ਕੋਲੋਂ ਅਰਦਾਸ ਕਰਵਾ ਕੇ ਅਸੀਸ ਰਹਿ ਕੇ ਵਾਪਸ ਆਉਂਦੇ ਨੇ। ਗੁਰ ਅਰਜਨ ਦੇਵ ਮਹਾਰਾਜ ਜੀ ਪੁੱਛਦੇ ਨੇ ਕਿ ਗੰਗਾ ਜੀ ਸੁਣਾਓ, ਅੱਜ ਫਿਰ ਕਿਵੇਂ ਸੇਵਾ ਕੀਤੀ? ਬਾਬਾ ਜੀ ਨੇ ਅੱਜ ਕੀ ਬਚਨ ਕਹੇ ਨੇ? ਤੇ ਮਾਤਾ ਗੰਗਾ ਜੀ ਨੇ ਬੜੇ ਚਾਅ ਦੇ ਨਾਲ ਸਾਰੀ ਵਾਰਤਾ ਸੁਣਾਈ ਹੈ ਕਿ ਹੇ ਗੁਰ ਅਰਜਨ ਦੇਵ ਗੁਰੂਪਤੀ ਜੀ, ਤੁਹਾਡੀ ਕਿਰਪਾ ਦੇ ਨਾਲ ਬਾਬਾ ਬੁੱਢਾ ਸਾਹਿਬ ਅੱਜ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਪ੍ਰਸ਼ਾਦ ਪਾਣੀ ਛਕਿਆ ਔਰ ਅਸਮਾਨ ਵਿੱਚ ਬੱਦਲ ਛਾ ਗਏ, ਬਿਜਲੀ ਕੜਕਦੀ ਹੈ, ਬੱਦਲ ਗਰਜਦੇ ਨੇ। ਤੇ ਬਾਬਾ ਬਿਰਧ ਸਾਹਿਬ ਨੇ ਬੜੀਆਂ ਸੀਸਾਂ ਦਿੱਤੀਆਂ। ਕਹਿੰਦੇ ਨੇ ਗੰਗਾ, ਤੁਹਾਡੇ ਘਰੇ ਐਸਾ ਮਹਾਨ ਸੂਰਬੀਰ, ਮਹਾਨ ਯੋਧਾ ਪੈਦਾ ਹੋਏਗਾ। ਕਹਿਣ ਲੱਗੇ ਜਿਵੇਂ ਅਸਮਾਨ 'ਚ ਬਿਜਲੀ ਕੜਕਦੀ ਹੈ, ਇਵੇਂ ਉਹਦੀ ਤਲਵਾਰ ਮੈਦਾਨੇ ਜੰਗ ਅੰਦਰ ਚਮਕਾਰੇ ਮਾਰੇਗੀ। ਬਹੁਤ ਤੇਗ ਦਾ ਧਨੀ ਹੋਵੇਗਾ, ਤਖਤ ਉੱਤੇ ਬੈਠੇਗਾ, ਰਣ ਤੱਤੇ ਨੂੰ ਪਿਆਰ ਕਰਨ ਵਾਲਾ ਹੋਵੇਗਾ। ਜ਼ਬਰ ਜ਼ੁਲਮ ਕਰਨ ਵਾਲੇ ਜਿਹੜੇ ਜ਼ਾਬਰ ਨੇ, ਉਹਨਾਂ ਦੇ ਸਿਰ ਐ ਭੰਨੇਗਾ ਕਿ ਜਿਵੇਂ ਮੈਂ ਇਹ ਗੰਢੇ ਭੰਨੇ ਨੇ। ਬਹੁਤ ਅਸੀਸਾਂ ਦਿੱਤੀਆਂ ਨੇ ਕਿ ਮਾਤਾ ਗੰਗਾ ਜੀ, ਤੁਹਾਡਾ ਸਾਹਿਬਜ਼ਾਦਾ ਗੁਣਾਂ ਦਾ ਸਮੁੰਦਰ ਹੋਵੇਗਾ, ਵੰਸ਼ ਨੂੰ ਵਧਾਵੇਗਾ। ਐਸਾ ਗੁਰੂ ਘਰ ਅੰਦਰ ਉਹ ਸਾਹਿਬਜ਼ਾਦਾ ਪੈਦਾ ਹੋਏਗਾ। ਇਹ ਮਾਤਾ ਗੰਗਾ ਜੀ ਨੇ ਧੰਨ ਗੁਰ ਅਰਜਨ ਦੇਵ ਜੀ ਨੂੰ ਸਾਰੀ ਵਾਰਤਾ ਸੁਣਾਈ ਹੈ। ਗੁਰ ਅਰਜਨ ਦੇਵ ਜੀ ਵੀ ਸੁਣ ਕੇ ਜਿਵੇਂ ਪ੍ਰਸੰਨ ਹੁੰਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਭਾਵਨਾ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸੁਨਤ ਪ੍ਰਸੰਨ ਭਾਏ ਗੁਰ ਅਰਜਨ, ਮਹਿਮਾ ਸੰਤਨ ਕਰ ਹੈ ਉਚਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣ ਕੇ ਤੇ ਬਹੁਤ ਪ੍ਰਸੰਨ ਹੋਏ। ਤੇ ਗੁਰੂ ਮਹਾਰਾਜ ਜੀ ਨੇ ਫਿਰ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਫਿਰ ਉਹਨਾਂ ਦੀ ਮਹਿਮਾ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਗਾਈ ਹੈ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਕਰਨੀ ਕਮਾਈ ਵਾਲੇ ਨੇ। ਬੇਨਤੀ ਕਰਾਂ ਕਿ ਜਿਹੜੇ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ, ਰੱਬ ਦੇ ਪਿਆਰੇ ਨੇ ਜੀ, ਉਹਨਾਂ ਦੇ ਲਈ ਬਾਣੀ ਵਿੱਚ ਉਹਨਾਂ ਨੂੰ ਕਈਆਂ ਨਾਮਾਂ ਦੇ ਨਾਲ ਸਤਿਕਾਰਿਆ ਗਿਆ। ਪਰ ਉਹ ਜਿੰਨੇ ਨਾਮ ਆਏ ਨੇ ਨਾ ਜੀ, ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜੀਵਨ ਦੇ ਨਾਲ ਉਹ ਸਾਰੇ ਹੀ ਜਿਹੜੇ ਸ਼ਬਦ ਨੇ ਉਹ ਟੁੱਕਦੇ ਨੇ।
ਸਤਿਕਾਰਤ ਸ਼ਬਦ। ਪਿਆਰੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਗੁਰਸਿੱਖ ਕਹਿ ਲਈਏ, ਗੁਰਮੁਖ ਕਹਿ ਲਈਏ, ਸੰਤ ਕਹਿ ਲਈਏ, ਭਗਤ ਕਹਿ ਲਈਏ, ਸਾਧ ਕਹਿ ਲਈਏ, ਬ੍ਰਹਮ ਗਿਆਨੀ ਕਹਿ ਲਈਏ, ਜਨ ਕਹਿ ਲਈਏ, ਵਾਹਿਗੁਰੂ ਦਾ ਪਰਮਾਤਮਾ ਦਾ ਦਾਸ ਕਹਿ ਲਈਏ, ਸੇਵਕ ਕਹਿ ਲਈਏ, ਜਿਹੜਾ ਮਰਜੀ ਸ਼ਬਦ ਆਪਾਂ ਵਰਤ ਲਈਏ, ਬਾਬਾ ਬੁੱਢਾ ਸਾਹਿਬ ਉਹਨਾਂ ਦੇ ਜੀਵਨ ਤੇ ਹਰ ਸ਼ਬਦ ਢੁਕਦਾ ਹੈ। ਉਹ ਇੰਨੇ ਮਹਾਨ ਪਿਆਰੇ ਗੁਰੂ ਦੇ ਸਿੱਖ ਵੀ ਨੇ, ਗੁਰਮੁਖ ਵੀ ਨੇ, ਭਗਤ ਵੀ ਨੇ, ਸੰਤ ਵੀ ਨੇ, ਬ੍ਰਹਮ ਗਿਆਨੀ ਵੀ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਨੇ ਸੁਣਿਆ ਮਾਂ ਗੰਗਾ ਜੀ ਦੇ ਕੋਲੋਂ ਤੇ ਖੁਸ਼ ਹੋਏ, ਤੇ ਫਿਰ ਜਿਹੜੇ ਜਪਣ ਵਾਲੇ ਬੰਦਗੀ ਵਾਲੇ ਮਹਾਰਾਜ ਉਹਨਾਂ ਦੀ ਮਹਿਮਾ ਉਹ ਗਾਉਂਦੇ ਨੇ। ਕਹਿੰਦੇ ਮਾਤਾ ਗੰਗਾ ਜੀ ਨੂੰ ਆਖਦੇ ਨੇ, ਗੰਗਾ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਕਹੇ ਹੋਏ ਬਚਨਾਂ ਤੇ ਭਰੋਸਾ ਰੱਖਿਓ। ਉਹਨਾਂ ਨੇ ਜਿਹੜੇ ਬਚਨ ਕਹੇ ਨੇ, ਉਹਨਾਂ ਦੇ ਕਹੇ ਬਚਨ ਸੱਤ ਹੋਣਗੇ, ਕਿਉਂਕਿ ਉਹਨਾਂ ਦੇ ਬਚਨ ਅਟਲ ਨੇ, ਅਮੋਘ ਬਾਣ ਨੇ, ਇੱਕ ਦਿਨ ਸਫਰ ਜਾਣ ਵਾਲੇ ਨਹੀਂ, ਕਿਉਂਕਿ ਬਾਬਾ ਜੀ ਬਹੁਤ ਹੀ ਬੰਦਗੀ ਵਾਲੇ, ਕਰਨੀ ਕਮਾਈ ਵਾਲੇ ਹਨ ਜੀ। ਸ਼ੁਸ਼ਕ ਸਾਥਲ ਜਲ ਪਲ ਮਹਿ ਪੂਰਾ, ਪੂਰਨ ਸ਼ੁਸ਼ਕ ਕਰ ਹੈ ਇੱਕ ਬਾਰ। ਦਾਤਾ ਜੀ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਐਸੇ ਸੰਤ ਨੇ, ਐਸੇ ਮਹਾਂਪੁਰਖ ਨੇ, ਐਸੇ ਉਹ ਬ੍ਰਹਮ ਗਿਆਨੀ ਨੇ। ਉਹਨਾਂ ਦੇ ਬੋਲਾਂ ਵਿੱਚ ਇੰਨੀ ਕੋ ਤਾਕਤ ਹੈ, ਉਹਨਾਂ ਦੇ ਕੋਲ ਇੰਨੀਆਂ ਕੋ ਬਰਕਤਾਂ ਨੇ ਕਿ ਸ਼ੁਸ਼ਕ ਸਥਲ ਜਲ ਪਲ ਮੈਂ ਪੂਰੈ। ਜਿਹੜਾ ਸੁੱਕਾ ਥਾਂ ਹੈ, ਮਾਰੂ ਥਲ ਹੈ, ਉੱਥੇ ਉਹ ਦਰਿਆ ਵਗਾ ਸਕਦੇ ਨੇ। ਜਿਹੜਾ ਬਿਲਕੁਲ ਖਾਲੀ ਜਗ੍ਹਾ ਹੈ, ਉੱਥੇ ਉਹ ਪਾਣੀ ਹੀ ਪਾਣੀ ਕਰ ਸਕਦੇ ਨੇ, ਤੇ ਜਿਹੜਾ ਭਰਿਆ ਹੋਇਆ ਉਹਨੂੰ ਇੱਕ ਖਿਣ ਦੇ ਵਿੱਚ ਪਿਆਰੇ ਉਹ ਖਾਲੀ ਵੀ ਕਰ ਸਕਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਤੇ ਪਰਮੇਸ਼ਵਰ ਦੀ ਗੱਲ ਕੀਤੀ ਹੈ ਨਾ ਕਿ ਰੀਤੇ ਭਰੇ ਭਰੇ ਸਿਖਨਾਵੇਂ ਇਹ ਤਾਂ ਕੋ ਬਵਹਾਰੇ, ਕਿ ਮੇਰਾ ਵਾਹਿਗੁਰੂ ਖਿਣ ਵਿੱਚ ਭਰਿਆ ਨੂੰ ਖਾਲੀ ਖਾਲੀਆਂ ਨੂੰ ਭਰਿਆ ਕਰ ਸਕਦਾ ਹੈ। ਤੇ ਜਿਹੜਾ ਜਪਣ ਵਾਲਾ ਹੈ ਨਾ, ਕਹਿਣ ਲੱਗੇ ਉਹ ਰੱਬ ਦਾ ਰੂਪ ਹੋ ਜਾਂਦਾ ਜਪਣ ਵਾਲਾ। ਸਤਿਗੁਰ ਨੇ ਬਾਣੀ 'ਚ ਕਿਰਪਾ ਕੀਤੀ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਪਰਮੇਸ਼ਵਰ ਦਾ ਰੂਪ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਕਿਉਂਕਿ ਉਹ ਜਿਹੜਾ ਪ੍ਰਮਾਤਮਾ ਪਿਆਰੇ ਸਾਰੀਆਂ ਸ਼ਕਤੀਆਂ ਦਾ ਸੋਮਾ ਹੈ, ਉਹਦਾ ਨਾਮ ਜਪ ਕੇ ਜਿਹੜੇ ਜਪਣ ਵਾਲੇ ਨੇ ਉਹਨਾਂ ਅੰਦਰ ਵੀ ਰੂਹਾਨੀ ਤਾਕਤਾਂ ਆ ਜਾਂਦੀਆਂ ਨੇ, ਉਹਨਾਂ ਦੇ ਕੋਲ ਵੀ ਉਹ ਬਰਕਤਾਂ ਆ ਜਾਂਦੀਆਂ ਨੇ, ਸ਼ਕਤੀਆਂ ਆ ਜਾਂਦੀਆਂ ਨੇ। ਕਿਉਂਕਿ ਪਰਮਾਤਮਾ ਵਿਅਕਤੀ ਨਹੀਂ, ਪਰਮਾਤਮਾ ਸ਼ਕਤੀ ਹੈ। ਪਰਮਾਤਮਾ ਸ਼ਕਤੀ ਹੈ, ਉਹ ਸ਼ਕਤੀ ਨਾਲ ਜਿਹੜਾ ਜੁੜਦਾ ਹੈ ਪਿਆਰੇ, ਉਹਦੇ ਅੰਦਰ ਵੀ ਸ਼ਕਤੀਆਂ ਆ ਜਾਂਦੀਆਂ ਨੇ, ਉਹਦੇ ਅੰਦਰ ਵੀ ਉਹ ਰੂਹਾਨੀ ਬਰਕਤਾਂ ਤਾਕਤਾਂ ਆ ਜਾਂਦੀਆਂ ਨੇ। ਕਿਉਂਕਿ ਜਿਹੜਾ ਜਪਣ ਵਾਲਾ, ਸਤਿਗੁਰ ਨੇ ਬਾਣੀ 'ਚ ਬੜੇ ਪ੍ਰਮਾਣ ਦਿੱਤੇ। ਖੈਰ ਮੈਂ ਉਸ ਪਾਸੇ ਨਾ ਜਾਵਾਂ। ਮਹਾਰਾਜ ਕਹਿੰਦੇ ਜਪਣ ਵਾਲੇ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਥੋੜੀ ਹੈ। ਕਹਿੰਦੇ ਕੋਈ ਫਰਕ ਨਹੀਂ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਜੋ ਪ੍ਰਾਨੀ ਨਿਸ਼ਚਿਨ ਭਜੈ ਰੂਪ ਰਾਮ ਤਿਹ ਜਾਨ। ਇਹ ਮੈਂ ਤਾਂ ਬਾਣੀ 'ਚ ਅਰਜ਼ ਕਰ ਰਿਹਾ, ਕੋਈ ਨੁਕਤਾ ਚੀਨੀ ਕਰ ਜੀ ਇਹ ਕਿਵੇਂ ਹੋ ਸਕਦਾ ਹੈ ਜੀ? ਜਿਹੜਾ ਜਪਣ ਵਾਲਾ, ਬੰਦਗੀ ਵਾਲਾ, ਉਹ ਕਿਵੇਂ ਇਦਾਂ ਕਰ ਸਕਦਾ? ਨਹੀਂ, ਸਤਿਗੁਰ ਨੇ ਕਿਰਪਾ ਕੀਤੀ। ਜਿਹਦੇ ਜਪਣ ਵਾਲੇ ਨੇ ਉਹਨਾਂ ਦੇ ਬੋਲਾਂ ਵਿੱਚ, ਉਹਨਾਂ ਦੇ ਸ਼ਬਦਾਂ ਦੇ ਵਿੱਚ ਇੰਨੀਆਂ ਕੋ ਤਾਕਤਾਂ ਆ ਜਾਂਦੀਆਂ ਨੇ, ਉਹ ਜੋ ਕਹਿੰਦੇ ਨੇ ਉਹਨਾਂ ਦਾ ਕਹਿਆ ਸੱਚ ਹੋ ਜਾਂਦਾ ਹੈ। ਕਿਉਂਕਿ ਉਹਨਾਂ ਦੇ ਵਿੱਚ ਤੇ ਵਾਹਿਗੁਰੂ 'ਚ ਫਰਕ ਨਹੀਂ ਨਾ ਰਹਿ ਜਾਂਦਾ। ਜਿਨ੍ਹਾਂ ਨਾ ਵਿਸਰਿਆ ਨਾਮ ਸੇ ਕਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹਿਆ। अब तो जाए चढ़े सिंहासन, मिले हैं सारंग पानी। राम कबीरा एक भय है कोई ना सके पछानी। भगत अते भगवान ये दोनों एक में हो जाते हैं जी, एक हो जाते हैं। ब्रह्म ज्ञानी उस वाहिगुरु दा रूप है, इस करके उहदे कोल भी इन्नी ताकत जो मर्जी कर सकता है। रब ते फकर करके, अपने परमात्मा ते मान करके, उहदे चरनां च वो प्यार शक्ति लैके सतगुर जी कहंदे ने, गंगा जी बाबा बुढ़ा साहब उन्हां दे कोल बड़ियां बरकतां ने। उन्हां दे कहे हुए बचन बिल्कुल सत होणगे। सच्ची तेरे करे ऐसा ही साहिबजादा आएगा जिवें दा बाबा बुढ़ा साहब ने कहा, बिल्कुल उस तरह दा आएगा। क्यों? क्योंकि ब्रह्म ज्ञानी संत रब दे प्यारे
ਉਹਨਾਂ ਦੇ ਕੋਲ ਇੰਨੀ ਤਾਕਤ ਹੁੰਦੀ ਹੈ ਕਿ ਖਾਲੀਆਂ ਨੂੰ ਭਰ ਸਕਦੇ ਨੇ, ਤੇ ਜਿਹੜੇ ਭਰੇ ਨੇ ਉਹਨਾਂ ਨੂੰ ਖਿੰਨ ਵਿੱਚ ਖਾਲੀ ਕਰ ਸਕਦੇ ਹਨ ਜੀ। ਰੰਕ ਰਾਵ ਤੇ ਰਾਵ ਰੰਕ ਤੇ ਮ੍ਰਿਤ ਜੀਵਾਏ ਜੀਵਤ ਦੇ ਮਾਰ। ਉਹਨਾਂ ਦੇ ਕੋਲ ਤੇ ਇੰਨੀ ਤਾਕਤ ਆ ਜਾਂਦੀ ਹੈ ਵਾਹਿਗੁਰੂ ਪਰਮੇਸ਼ਵਰ ਨਾਲ ਜੁੜ ਕੇ, ਉਹਦਾ ਨਾਮ ਜਪ ਕੇ, ਰੰਕ ਰਾਵ ਤੇ ਰਾਵ ਰੰਕ ਤੇ ਕਹਿਣ ਲੱਗੇ ਉਹ ਜਿਹੜਾ ਰੰਕ ਹੈ ਉਹਨੂੰ ਰਾਜਾ ਬਣਾ ਸਕਦੇ ਨੇ, ਜਿਹੜਾ ਰਾਜਾ ਉਹਨੂੰ ਰੰਕ ਬਣਾ ਸਕਦੇ ਨੇ। ਜੇ ਬਾਬਾ ਕਬੀਰ ਸਾਹਿਬ ਜੀ ਪਰਮੇਸ਼ਵਰ ਦੀ ਸ਼ਕਤੀ ਦੀ ਗੱਲ ਕਰਦਿਆਂ ਕਹਿੰਦੇ ਨੇ ਨਾ ਕਿ ਭਿਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ, ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ। ਭਿਖਾਰੀ ਤੇ ਰਾਜਾ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ। ਜੇ ਪਰਮਾਤਮਾ ਇਹ ਕੁਝ ਕਰ ਸਕਦਾ ਹੈ ਤੇ ਜਿਹੜਾ ਜਪਣ ਵਾਲਾ ਰੱਬ ਨਾਲ ਓਤ ਪੋਤ ਹੋਇਆ ਬਾਬਾ ਬੁੱਢਾ ਸਾਹਿਬ ਜੀ ਵਰਗਾ ਉਹ ਵੀ ਇਹ ਕਰ ਸਕਦਾ ਹੈ। ਰੰਕ ਰਾਵ ਤੇ ਰਾਵ ਰੰਕ ਤੇ ਕਹਿੰਦੇ ਨੇ ਗੰਗਾ ਜੀ ਸੰਤ ਜਨ ਰੱਬ ਦੇ ਪਿਆਰੇ, ਉਹਨਾਂ ਦੇ ਕੋਲ ਇੰਨੀ ਕੋ ਤਾਕਤ ਆ ਜਾਂਦੀ ਹੈ, ਉਹ ਭਿਖਾਰੀ ਨੂੰ ਰਾਜਾ ਬਣਾ ਸਕਦੇ ਨੇ, ਰਾਜੇ ਨੂੰ ਭਿਖਾਰੀ ਬਣਾ ਸਕਦੇ ਨੇ, ਜਿਉਂਦੇ ਨੂੰ ਮਾਰ ਸਕਦੇ ਨੇ ਤੇ ਮਾਰੇ ਹੋਏ ਨੂੰ ਜਿਉਂਦਿਆਂ ਵੀ ਕਰ ਸਕਦੇ ਨੇ, ਮਰੇ ਨੂੰ ਜੀਵਤ ਵੀ ਕਰ ਸਕਦੇ ਨੇ। ਇਹ ਬਿਲਕੁਲ ਹਕੀਕਤ ਹੈ। ਵੇਖੋ ਜਿਸ ਵੇਲੇ ਧੰਨ ਗੁਰੂ ਨਾਨਕ ਮਹਾਰਾਜ ਆਪ ਜੀ ਨੇ ਇਤਿਹਾਸ ਸਰਵਣ ਕੀਤਾ, ਮਹਾਰਾਜ ਦਿੱਲੀ ਗਏ ਜੀ ਮਜਨੂ ਟਿੱਲੇ ਦੇ ਕੋਲ, ਉੱਥੇ ਫਿਰ ਮਹਾਵਤ ਉਹਦਾ ਹਾਥੀ ਮਰ ਜਾਂਦਾ ਜੀ ਤੇ ਬੱਚੇ ਖੇਡਿਆ ਕਰਦੇ ਸਨ। ਸਤਿਗੁਰੂ ਜੀ ਨੇ ਬੱਚੇ ਰੋਂਦੇ ਵੇਖ ਕੇ ਕੋਲ ਚਲੇ ਗਏ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਬਾਬਾ ਸਾਡਾ ਹਾਥੀ ਮਰ ਗਿਆ ਜਿਹਦੇ ਨਾਲ ਅਸੀਂ ਖੇਡਿਆ ਕਰਦੇ ਸਨ। ਸਤਿਗੁਰੂ ਦੇ ਮਨ 'ਚ ਦਇਆ ਆ ਗਈ, ਤਰਸ ਆਇਆ ਉਹਨਾਂ ਬੱਚਿਆਂ ਰੋਂਦਿਆਂ ਵੇਖ ਕੇ। ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਰੋਵੋ ਨਾ, ਤੁਹਾਡੇ ਅਥਰੂ ਮੈਂ ਪੂੰਝਾਂਗਾ, ਕਿਉਂਕਿ ਬਾਬਾ ਜੀ ਉਹਨਾਂ ਦਾ ਦਿਲ ਹੀ ਇੰਨਾ ਕੋਮਲ ਸੀ। ਉੱਥੇ ਪਰ ਇਤਿਹਾਸ ਹੈ ਜੀ, ਸਤਿਗੁਰੂ ਨੇ ਕਿਰਪਾ ਕੀਤੀ, ਹਾਥੀ ਜੀਵਤ ਹੋਇਆ। ਜਦੋਂ ਹਾਥੀ ਜੀਵਤ ਹੋਇਆ ਸਾਰੇ ਪਾਸੇ ਜੀ ਗੱਲ ਫੈਲ ਗਈ ਦਿੱਲੀ ਦੇ ਵਿੱਚ ਕਿ ਇੱਕ ਮਹਾਂਪੁਰਖ ਆਇਆ, ਉਹਨੇ ਹਾਥੀ ਜਿਉਂਦਿਆਂ ਕਰ ਦਿੱਤਾ। ਬਾਦਸ਼ਾਹ ਆਇਆ, ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਕਹਿੰਦਾ ਜੀ ਮੈਂ ਨਹੀਂ ਮੰਨਦਾ ਇਹ ਕਿਵੇਂ ਹੋ ਸਕਦਾ ਹੈ? ਜੇ ਇਹਨੇ ਜਿਉਂਦਾ ਕੀਤਾ ਫਿਰ ਦੁਬਾਰਾ ਜਿਹੜਾ ਹਾਥੀ ਮਾਰੇ। ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਰੱਬ ਦੀ ਕਿਰਪਾ ਨਾਲ ਉਹਦੇ ਭਾਣੇ 'ਚ ਰਹਿ ਕੇ ਸਤਿਗੁਰੂ ਨੇ ਖੇਡ ਵਰਤਾਈ, ਹਾਥੀ ਫਿਰ ਖਤਮ ਹੋ ਗਿਆ, ਹਾਥੀ ਮਰ ਗਿਆ। ਬਾਦਸ਼ਾਹ ਕਹਿੰਦਾ ਦੁਬਾਰਾ ਜਿਉਂਦਾ ਕਰੋ। ਮਹਾਰਾਜ ਕਹਿੰਦੇ ਬਾਜੀਗਰ ਦੀ ਖੇਡ ਥੋੜੀ ਹੈ, ਇਹ ਕੋਈ ਤਮਾਸ਼ਾ ਥੋੜੀ ਹੈ ਕਿ ਜਿੱਦਾਂ ਤੂੰ ਕਹੀ ਜਾਏਗਾ ਤਾਂ ਮੈਂ ਕਰੀ ਜਾਵਾਂਗਾ। ਉੱਥੇ ਸਤਿਗੁਰੂ ਨੇ ਆਖਿਆ ਇਹ ਹੁਣ ਨਹੀਂ ਜਿਉਂਦਾ ਹੋਵੇਗਾ। ਪੁੱਛਿਆ ਜੀ ਕਿਉਂ? ਮਹਾਰਾਜ ਕਹਿੰਦੇ ਪਹਿਲਾਂ ਪਰਮਾਤਮਾ ਨੇ ਮਾਰਿਆ, ਉਹਦੇ ਭਗਤ ਨੇ ਜਿਉਂਦਿਆਂ ਕੀਤਿਆ ਹੋ ਗਿਆ, ਪਰ ਹੁਣ ਭਗਤ ਨੇ ਮਾਰਿਆ, ਹੁਣ ਰੱਬ ਨਹੀਂ ਜਿਉਂਦਿਆਂ ਕਰੇਗਾ। ਹੈਰਾਨ ਹੋ ਗਿਆ ਇਹ ਕਿਉਂ? ਸਤਿਗੁਰੂ ਜੀ ਕਹਿੰਦੇ ਗੱਲ ਏਦਾਂ, ਵੇਖ ਸੱਜਣਾ ਕਿ ਜਿਹੜਾ ਲੋਹਾ ਹੈ ਕਹਿੰਦੇ ਨੇ ਕੋਲਿਆਂ ਦੀ ਬਲਦੀ ਅੱਗ ਭਖਦੇ ਹੁਣ ਕੋਲੇ, ਤੇ ਉਹ ਜਿਹੜੇ ਭਖਦੇ ਲਾਲ ਕੋਲੇ ਨੇ ਉਹਨਾਂ ਨੂੰ ਆਪਣੇ ਹੱਥ ਦੀ ਤਲੀ ਤੇ ਕੁਝ ਸਕਿੰਟਾਂ ਦੇ ਲਈ ਟਿਕਾਇਆ ਜਾ ਸਕਦਾ ਹੈ, ਪਰ ਉਹਨਾਂ ਭਖੇ ਹੋਏ ਜਿਹੜੇ ਇਹ ਕੋਇਲੇ ਨੇ ਉਹਨਾਂ ਵਿੱਚ ਲੋਹੇ ਦਾ ਟੁਕੜਾ ਰੱਖਿਆ ਹੋਵੇ ਤੇ ਜਦੋਂ ਉਹ ਲੋਹੇ ਦਾ ਟੁਕੜਾ ਲਾਲ ਸੁਰਖ ਹੋ ਜਾਏ ਉਹਨੂੰ ਫਿਰ ਆਪਣੀ ਤਲੀ ਤੇ ਇੱਕ ਸਕਿੰਟ ਵੀ ਨਹੀਂ ਰੱਖਿਆ ਜਾਂਦਾ। ਬਸ ਇਵੇਂ ਕਹਿ ਲਾ ਕਿ ਜਿਹੜਾ ਪ੍ਰਮਾਤਮਾ ਉਹ ਕੋਲੇ ਨੇ ਤੇ ਜਿਹੜਾ ਪ੍ਰਮਾਤਮਾ ਦਾ ਭਗਤ ਹੈ ਉਹ ਭਖੇ ਹੋਏ ਲੋਹੇ ਵਰਗਾ ਹੁੰਦਾ ਹੈ। ਜਿਹੜਾ ਭਗਤ ਹੈ ਬ੍ਰਹਮ ਗਿਆਨੀ ਜਪਣ ਵਾਲਾ ਉਹ ਲੋਹੇ ਵਰਗਾ, ਗਰਮ ਹੋਏ ਲੋਹੇ ਵਰਗਾ। ਇਸ ਕਰਕੇ ਕਹਿੰਦੇ ਨੇ ਰੱਬ ਦੀ ਕੀਤੀ ਨੂੰ ਭਗਤ ਕਈ ਵਾਰੀ ਬੇਨਤੀ ਕਰਕੇ ਪਰਮਾਤਮਾ ਤੋਂ ਮੋੜ ਲੈਂਦਾ, ਟਾਲ ਲੈਂਦਾ, ਪਰ ਭਗਤ ਦਾ ਆਖਿਆ ਰੱਬ ਕਦੇ ਨਹੀਂ ਟਾਲਦਾ। ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਭਗਤ ਹੈ ਬੰਦਗੀ ਵਾਲਾ ਉਹਦੇ ਕੋਲ ਇੰਨੀ ਤਾਕਤ ਹੈ ਉਹ ਮਰੇ ਨੂੰ ਜੀਵਨ ਦੇ ਸਕਦਾ ਹੈ ਤੇ ਜਿਹੜਾ ਜੀਵਤ ਉਹਨੂੰ ਮਾਰ ਵੀ ਸਕਦਾ ਹੈ ਜੀ। ਅਚਲ ਚਲਾਵਹਿ ਚਲਤ ਥਿਰਾਵਹਿ ਬਾਕ ਅਮਿਟ ਹੈ ਪ੍ਰਗਟ ਸੰਸਾਰ। ਸਤਿਗੁਰੂ ਜੀ ਕਹਿੰਦੇ ਜਪਣ ਵਾਲਿਆਂ ਦੇ ਗੁਰਮੁਖਾਂ ਦੇ ਸਿਮਰਨ ਕਰਨ ਵਾਲੇ ਜੋ ਰੱਬ ਦੇ ਦਾਸ ਨੇ ਬਾਕ ਅਮਿਟ ਹੈ, ਉਹਨਾਂ ਦੇ ਬਚਨ ਅਮਿਟ ਨੇ, ਮਿਟਦੇ ਨਹੀਂ, ਟਲਦੇ ਨਹੀਂ, ਅਸਫਲ ਨਹੀਂ ਜਾਂਦੇ। ਉਹ ਜੋ ਕਹਿੰਦੇ ਨੇ ਸੱਚ ਹੋ ਜਾਂਦਾ ਪ੍ਰਗਟ ਸੰਸਾਰ, ਤੇ ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ। ਤੇ ਸਾਹਿਬ ਨੇ ਬਾਣੀ 'ਚ ਵੀ ਕਿਰਪਾ ਕੀਤੀ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਭਗਤ ਮੁਖਾਂ ਤੇ ਬੋਲਦੇ ਸੇ ਬਚਨ ਹੋਵੰਦੇ।
ਭਗਤ ਜੋ ਕਹਿੰਦੇ ਨੇ ਉਹਨਾਂ ਦਾ ਕਿਹਾ ਸੱਚ ਹੁੰਦਾ। ਮਹਾਰਾਜ ਕਹਿੰਦੇ ਇੰਨੀ ਤਾਕਤ ਉਹਨਾਂ ਦੇ ਕੋਲ ਅਚਲ ਚਲਾਵੇ। ਜਿਹੜੀਆਂ ਚੀਜ਼ਾਂ ਅਚਲ ਨੇ ਉਹ ਉਹਨਾਂ ਨੂੰ ਚਲਾ ਸਕਦੇ ਨੇ। ਜਿਵੇਂ ਰੁੱਖ ਅਚਲ ਨੇ, ਪੱਥਰ ਅਚਲ ਨੇ, ਪਰਬਤ ਅਚਲ ਨੇ, ਉਹ ਚਾਹੁਣ ਤੇ ਇਹਨਾਂ ਨੂੰ ਚਲਾ ਸਕਦੇ ਨੇ। ਚਲਤ ਥਿਰਾਵੇਂ, ਚੱਲਣ ਵਾਲੀਆਂ ਚੀਜ਼ਾਂ ਉਹਨੂੰ ਰੋਕ ਸਕਦੇ ਨੇ ਜਿਹੜੀਆਂ ਚਲਾਏ ਮਾਲ ਨੇ। ਹਵਾ ਚੱਲਦੀ ਹੈ, ਪ੍ਰਭੂ ਦਾ ਭਗਤ ਚਾਹੇ ਚੱਲਦੀ ਹਵਾ ਨੂੰ ਰੋਕ ਸਕਦਾ ਹੈ, ਚੱਲਦੇ ਦਰਿਆ ਨੂੰ ਰੋਕ ਸਕਦਾ ਹੈ। ਜਿਹੜੀਆਂ ਚੱਲਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਅਚਲ ਕਰ ਸਕਦੇ ਨੇ, ਜੋ ਅਚਲ ਨੇ ਉਹਨਾਂ ਨੂੰ ਚਲਾਏ ਮਾਨ ਕਰ ਸਕਦੇ ਹਨ ਜੀ। ਅੰਤ ਸੰਤ ਕੋ ਕੋਇ ਨ ਪਾਵਹਿ, ਸੁਰ ਨਰ ਅਸੁਰ ਜਾਤ ਸਭ ਹਾਰ। ਅਖੀਰ ਮਹਾਰਾਜ ਕਹਿੰਦੇ ਜਿਹੜੇ ਜਪਣ ਵਾਲੇ ਸੰਤ ਕਹਿ ਲਈਏ, ਬ੍ਰਹਮ ਕਹਿੰਦੇ ਕਹੀਏ, ਮਹਾਂਪੁਰ ਕਹੀਏ, ਸਾਧੂ ਜਨ ਕਹਿ ਲਈਏ, ਭਗਤ ਕਹਿ ਲਈਏ, ਮਹਾਰਾਜ ਕਹਿੰਦੇ ਉਹਨਾਂ ਦੀ ਮਹਿਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਕਿਉਂ? ਸਾਧ ਕੀ ਮਹਿਮਾ वेद न जान है, जेता सुन है तेता बख्यान है। ब्रह्म ज्ञानी की गत ब्रह्म ज्ञानी जान है। महाराज कहते कोई उन्हां दी अवस्था नूं बयान भी नहीं कर सकता। अंत संत को कोई ना पावे, सुर नर असुर जात कहन सब हार। चाहे ये ऋषि ने, चाहे मुनि ने, चाहे देवते ने, चाहे मनुख ने, ये सारे प्यारो हार जाते, थक जाते ने। पर जपण वाले दी महिमा नूं बयान नहीं कर सकते। पर जपण वाला किहोड़ा होवे? संत कैसा होवे? जिन्हां सास ग्रास ना विसरै, हर नामा मन मंत, धन से सही नानका पूर्ण सही संत। वो संत होवे। संत ऐसा ना होवे कि जिवें बाबा कबीर साहिब जी दे बच्चन वो कहंदे गज 13.5 धोतियां तेरे पन तग, गली जिना जप मालियां लोटे हाथन बग। ओए हार के संत न आखियां बहु नारस के ठग। उदां दा संत ना होवे। संत कला पहरावे दा ना होवे, संत कला पेख दा ना होवे, संत कला दिखावे दा ना होवे, संत कला अडंबर दा ना होवे। संत प्यारे वो होवे जिहड़ा सवास सवास मालक दा नाम जपण वाला, रब दे नाल जिहड़ा एकमिक होया वो संत होवे। साहिब कहंदे ने इहो जिहा जिहड़ा संत है ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਉਹਦੀ ਮਹਿਮਾ ਪਰੇ ਤੋਂ ਪਰੇ ਹੈ ਜੀ। ਸੰਤ ਹੁਕਮ ਕੇ ਫੇਰ ਨਾ ਸਾਕਹਿ, ਸਗਰੇ ਸਾਦਰ ਲੈ ਸਿਰ ਧਾਰ। ਹਜ਼ੂਰ ਜੀ ਕਹਿੰਦੇ ਨੇ ਐਸੇ ਕਰਨੀ ਕਮਾਈ ਵਾਲਾ ਜੋ ਸੰਤ ਹੈ ਉਹਦੇ ਹੁਕਮ ਨੂੰ ਕੋਈ ਮੋੜ ਵੀ ਨਹੀਂ ਸਕਦਾ, ਉਹਦੇ ਬਚਨਾਂ ਨੂੰ ਕੋਈ ਟਾਲ ਵੀ ਨਹੀਂ ਸਕਦਾ। ਕਿਉਂ? ਸੱਚਾ ਅਮਰ, ਸੱਚੀ ਪਾਤਸ਼ਾਹੀ, सच्चे सेती राते उन्हां दा हुक्म सच हुंदा है जी। अटल जिहड़े जपण वाले ने भाग ठड़े हर संत तुम्हारे जिन कर तन हर नामा। ये जिहड़े इने भागां वाले जपण वाले ने साहिब कहंदे सच्चा अमर सच्ची पातशाही। उन्हां दा जिहड़ा फरमान उन्हां दा हुक्म अटल है, उन्हां दे हुक्म नूं कोई फेर नहीं सकदा। सगरे सादर ले सर धार, हर कोई बड़े आदर दे नाल उन्हां दी आग्या नूं हुक्म नूं मनदा है जी। बुढ़ा साहिब तप की मूरत, आत्म ज्ञानी गुण गन सार। इस करके गंगा जी बाबा बुढ़ा साहिब ते तप दी मूरत ने, इन्हां ने सेवा दा बड़ा तप कीता है। इन्हां ने वाहिगुरु दे नाम दा बहुत जप कीता है। इन्हां वर्गा तपी भी कोई नहीं, इन्हां वर्गा जपी भी कोई नहीं है। ये जप तप दी मूर्त ने साक्षात आत्म ज्ञानी। ये आत्म ज्ञानी ने गुण गनसार ते गुणां दा समुंदर ने, गुणां दा मुजस्मा ने, दैवी गुणां दा भंडार हन जी। जिह सेवे बांशत है प्राप्त, दुख दार्द के दुंद बरेदार। जिन्हां दी सेवा करन दे नाल मन इच्छे फलां दी प्राप्ति हुंदी है। जितने दुख ने दरिद्र ने सारे चले जाते हैं। जो दवंद है दुबदा है अंदर दे संसे ने सारे नाश हो जाते ने। बाबा बुढ़ा साहिब जी वर्गे जिहड़े महान गुरु सिख ने उन्हां दी सेवा करन दे नाल जी। दोहरा इत्यादक गुण बृद्ध के, बरने श्री मुख आप। इस तरह धन गुरु अर्जुन देव महाराज जी ने अपने पावन मुख तो बाबा बुढ़ा साहिब जी उन्हां दी महिमा गाई, उन्हां दी वडियाई कीती।
ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਹੁੰਦੀ ਹੈ ਜੀ ਵਡਿਆਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਕੋਈ ਉਹਨਾਂ ਦੀ ਜੈ ਜੈਕਾਰ ਕਰਦਾ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਉਹਨਾਂ ਦੇ ਗੁਣ, ਉਹਨਾਂ ਦੀ ਮਹਿਮਾ, ਉਹਨਾਂ ਦੀ ਮਹਾਨਤਾ ਦਰਸਾਈ ਹੈ ਜੀ। ਸੁਣ ਗੰਗਾ ਬੰਦਨ ਕਰੀ, ਧਨ ਸਿੱਖ ਨਿਸ਼ਪਾਪ। ਮਾਤਾ ਗੰਗਾ ਜੀ ਸੁਣਦੇ ਨੇ ਤੇ ਸੁਣ ਕੇ ਪਿਆਰੇ ਨਮਸਕਾਰ ਕਰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਨੇ ਤੇ ਕਹਿੰਦੇ ਨੇ ਧੰਨ ਗੁਰੂ ਤੇ ਧੰਨ ਗੁਰੂ ਜੀ ਦਾ ਐਸਾ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ। ਜਨਮਦਾਰ ਦੀ ਘਰ ਬਿਖੈ, ਕਲਪ ਤਾਰੂ ਜਿਮ ਪਾਏ। ਬਾਬਾ ਬੁੱਢਾ ਜੀ ਦੇ ਪਾਸੋਂ ਅਸੀਸ ਲੈ ਕੇ, ਬਖਸ਼ੀਸ ਲੈ ਕੇ, ਅਰਦਾਸ ਕਰਵਾ ਕੇ ਮਾਤਾ ਗੰਗਾ ਜੀ ਪਿਆਰੂ ਇੰਨੇ ਖੁਸ਼ ਨੇ, ਇੰਨੇ ਪ੍ਰਸੰਨ ਨੇ। ਕਵੀ ਜੀ ਉਦਾਹਰਨ ਦਿੰਦੇ ਨੇ ਕਿ ਕਿਵੇਂ ਕਿਸੇ ਜਨਮ ਦੇ ਕੰਗਾਲ ਨੂੰ, ਕਿਸੇ ਬਹੁਤ ਜਿਹੜਾ ਗਰੀਬ ਹੈ ਉਹਦੇ ਘਰੇ ਜਿਵੇਂ ਕਲਪ ਬ੍ਰਿਸ਼ ਉਹਨੂੰ ਮਿਲ ਜਾਏ, ਉਹਨੂੰ ਪ੍ਰਾਪਤ ਹੋ ਜਾਏ। ਜਿਹੜਾ ਕੰਗਾਲ ਹੈ ਉਹਨੂੰ ਕਲਪ ਬ੍ਰਿਸ਼ ਦੀ ਪ੍ਰਾਪਤੀ ਹੋ ਜਾਏ ਤੇ ਜਿਵੇਂ ਉਹ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਮਾਤਾ ਜੀ ਬੜੇ ਪ੍ਰਸੰਨ ਹਨ ਜੀ। ਤਿਮ ਪ੍ਰਸੰਨ ਗੰਗਾ ਭਈ, ਚਿੰਤਾ ਸਗਲ ਮਿਟਾਏ। ਇਸੇ ਤਰ੍ਹਾਂ ਮਾਤਾ ਗੰਗਾ ਜੀ ਹੁਣ ਬਹੁਤ ਪ੍ਰਸੰਨ ਨੇ। ਸਾਰੀ ਉਹਨਾਂ ਦੀ ਚਿੰਤਾ, ਸਾਰੀ ਉਹਨਾਂ ਦੇ ਫਿਕਰ, ਉਹਨਾਂ ਦੀਆਂ ਸਾਰੀਆਂ ਸੋਚਾਂ ਨਾਸ ਹੋ ਗਈਆਂ ਹਨ ਜੀ। ਸੋਰਠਾ ਪਤ ਕੋ ਅਸਨ ਅਚਾਏ, ਪਰਮ ਪ੍ਰੇਮ ਬੈਠੀ ਨਿਕਟ। ਇਸ ਤਰ੍ਹਾਂ ਫਿਰ ਮਾਤਾ ਗੰਗਾ ਜੀ ਨੇ ਪਤੀ ਗੁਰਦੇਵ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਪਤ ਕੋ ਅਸਨ ਅਚਾਏ, ਪਰਮ ਪ੍ਰੇਮ ਬੈਠੀ ਨਿਕਟ। ਗੁਰ ਅਰਜੁਨ ਦੇਵ ਮਹਾਰਾਜ ਆਪਣੇ ਗੁਰਦੇਵ ਪਤੀ ਦੇ ਕੋਲ ਬੈਠੇ ਨੇ। ਮਾਤਾ ਗੰਗਾ ਜੀ ਪ੍ਰਸ਼ਾਦਾ ਉਹਨਾਂ ਨੂੰ ਛਕਾਉਂਦੇ ਨੇ। ਰਾਤ ਦਾ ਸਮਾਂ ਹੈ ਜੀ। ਪੁਨ ਆਪਨ ਮੁਖ ਪਾਏ, ਚਿਤ ਚਿੰਤਾ ਕਾਟੀ ਬਿਕਟ। ਗੁਰੂ ਪਤੀ ਜੀ ਨੂੰ ਪ੍ਰਸ਼ਾਦਾ ਛਕਾ ਕੇ, ਆਹਾਰ ਕਰਵਾ ਕੇ ਤੇ ਫਿਰ ਮਾਤਾ ਗੰਗਾ ਜੀ ਨੇ ਆਪਣੇ ਮੁਖ ਦੇ ਵਿੱਚ ਗਰਾਈ ਪਾਈ ਹੈ ਤੇ ਪਿਆਰਿਓ ਜਿਹੜੀ ਬਹੁਤ ਵੱਡੀ ਚਿੰਤਾ ਸੀ ਵਿਕਰਾਲ ਚਿੱਤ ਦੀ, ਉਹ ਹੁਣ ਉਹਨਾਂ ਦੀ ਖਤਮ ਹੋ ਗਈ ਹੈ ਜੀ। ਨਿਸਮਹਿ ਆਨੰਦ ਮਾਨ, ਸੁਪਤ ਜਥਾ ਸੁਖ ਹੋਇ ਰਹੇ। ਰਾਤ ਪੈ ਜਾਂਦੀ ਹੈ, ਹਨੇਰਾ ਹੋ ਜਾਂਦਾ ਹੈ। ਮਾਤਾ ਗੰਗਾ ਜੀ ਵੀ ਆਰਾਮ ਕਰਦੇ ਨੇ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਵੀ ਤਨ ਕਰਕੇ ਆਰਾਮ ਕਰਨ ਲੱਗਦੇ ਹਨ ਜੀ। ਤਿਨ ਪਦ ਬੰਧਨ ਠਾਨ, ਕਵ ਸੰਤੋਖ ਸਿੰਘ ਗੁਣ ਕਾਹੇ। ਕਵੀ ਜੀ ਕਹਿੰਦੇ ਨੇ ਕਿ ਐਸੇ ਮਹਾਨ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਮੇਰੀ ਵੀ ਬੰਦਨਾ ਹੈ, ਮੇਰੀ ਨਮਸਕਾਰ ਹੈ ਔਰ ਉਹਨਾਂ ਦੇ ਗੁਣ ਵਰਣਨ ਕਰੇ ਹਨ ਜੀ। ਦੋਹਰਾ ਸ਼੍ਰੀ ਅਰਜਨ ਔਰ ਗੰਗ ਜੋਤ, ਪਰਮ ਪ੍ਰਸੰਨ ਸੋ ਹੋਏ। ਧੰਨ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਹੁਣ ਬਹੁਤ ਪ੍ਰਸੰਨ ਨੇ ਜੀ, ਬਹੁਤ ਖੁਸ਼, ਬੜੇ ਆਨੰਦ ਵਿੱਚ ਹਨ ਜੀ। ਚਹਤ ਪੁੱਤਰ ਬੜ ਤੇਜ ਮੈਂ, ਜਿਹ ਸਮਦੁਤੀ ਨਾ ਕੋਏ। ਬਸ ਹੁਣ ਮਨ ਅੰਦਰ ਇਹੀ ਇੱਛਾ ਹੈ ਕਿ ਐਸਾ ਮਾਲਕ ਮਿਹਰ ਕਰਕੇ ਸਾਹਿਬਜ਼ਾਦਾ ਦਵੇ, ਐਸਾ ਅਸਾਂ ਦੇ ਘਰੇ ਪੁੱਤਰ ਆਏ ਜਿਹਦਾ ਤੇਜ ਪ੍ਰਤਾਪ ਇੰਨਾ ਵੱਡਾ ਹੋਵੇ ਕਿ ਜਿਸ ਵਰਗਾ, ਜਿਸ ਦੇ ਬਰਾਬਰ ਦਾ ਕੋਈ ਨਾ ਹੋਇਆ ਹੋਵੇ ਜੀ। ਕਬਿਤ ਬ੍ਰਿਧ ਬਾਰ ਪਾਏ ਗੰਗ ਗਰਭ ਧਰਿਓ ਹੈ ਤਬ, ਦੰਪਤ ਆਨੰਦ ਭਏ ਦਾਸੀ ਅਰਦਾਸ ਗਾਨ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰਕੇ, ਅਸੀਸਾਂ ਲੈ ਕੇ ਜਦੋਂ ਕੁਝ ਸਮਾਂ ਬਤੀਤ ਹੋ ਜਾਂਦਾ ਹੈ ਤੇ ਧੰਨ ਮਾਤਾ ਗੰਗਾ ਜੀ ਪਿਆਰੇ ਪਰਮੇਸ਼ਵਰ ਦੀ ਉਹਨਾਂ ਤੇ ਹੁਣ ਕਿਰਪਾ ਵਰਤਣ ਲੱਗ ਪਈ ਹੈ। ਹੁਣ ਆਸ ਵੱਜ ਗਈ ਹੈ, ਸਤਿਗੁਰ ਸਾਚੈ ਦੀਆ ਭੇਜ ਵਾਲੀ ਖੇਡ ਹੁਣ ਵਰਤਣ ਲੱਗੀ ਏ। ਉਧਰੇ ਮਾਹ ਆਏ ਕੀਆ ਨਿਵਾਸ, ਬਸ ਆਪਾਂ ਕਹਿ ਲਈਏ ਜੀ, ਉਧਰੇ ਮਾਹ ਆਏ ਕੀਆ ਨਿਵਾਸ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੀ ਕੁੱਖ ਵਿੱਚ ਆਣ ਕੇ ਨਿਵਾਸ ਕਰ ਲਿਆ ਹੈ। ਉਧਰੇ ਮਾਹ ਆਏ ਕੀਆ ਨਿਵਾਸ ਹੋ ਗਿਆ ਜੀ। ਸਤਿਗੁਰ ਜੀ ਖੁਸ਼ ਨੇ, ਮਾਂ ਗੰਗਾ ਜੀ ਬੜੇ ਪ੍ਰਸੰਨ ਨੇ।
ਦਾਸੀ ਅਰਦਾਸ ਗਨ, ਤੇ ਜਿਹੜੇ ਦਾਸ ਅਤੇ ਦਾਸੀਆਂ ਉਹਨਾਂ ਨੂੰ ਵੀ ਬੜਾ ਚਾਉ ਹੈ ਜੀ। ਔਰ ਹਿਤਕਾਰੀ ਸੋ ਪ੍ਰਸੰਨ ਪਏ ਭਾਰੀ ਸੋਣ, ਗੋਰੇ ਅਵਤਾਰੀ ਪ੍ਰਗਟੈ ਕੋ ਜਿਸ ਜਾਸ ਗਨ। ਹੋਰ ਵੀ ਜਿਹੜੇ ਗੁਰੂ ਜੀ ਨਾਲ, ਗੁਰੂ ਪਰਿਵਾਰ ਨਾਲ ਪਿਆਰ ਕਰਨ ਵਾਲੇ ਨੇ, ਉਹ ਵੀ ਸਾਰੇ ਸੁਣ ਕੇ ਤੇ ਬੜੇ ਪ੍ਰਸੰਨ ਹੋਏ। ਉਹਨਾਂ ਨੂੰ ਬੜਾ ਚਾਅ ਹੈ ਕਿ ਅਵਤਾਰੀ ਗੁਰੂ ਜੀ ਪ੍ਰਗਟ ਹੋਣਗੇ, ਉਹਨਾਂ ਦਾ ਜਸ ਬਹੁਤ ਹੋਵੇਗਾ, ਬੜੇ ਮਹਾਨ ਵਡਿਆਈ ਵਾਲੇ ਹੋਣਗੇ। ਜਿਹੜੇ ਗੁਰੂ ਜੀ ਨਾਲ ਪ੍ਰੇਮ ਕਰਨ ਵਾਲੇ ਉਹ ਵੀ ਬੜੇ ਪ੍ਰਸੰਨ ਹਨ ਜੀ। ਹੋਏਗੀ ਵਧਾਈ ਹਮ ਬਾਸ਼ਤ ਕੋ ਪਾਈ, ਤਬ ਲਹਿੰਗੇ ਦਰਸ ਕਰ ਪੂਰਨ ਕੀ ਆਸ ਗਨ। ਹੋਏਗੀ ਵਧਾਈ ਕਹਿਣ ਲੱਗੇ, ਉਹ ਕਹਿੰਦੇ ਨੇ ਹੁਣ ਵਧਾਈਆਂ ਬਣਨਗੀਆਂ। ਮਾਤਾ ਗੰਗਾ ਜੀ ਕੋਲੋਂ, ਗੁਰੂ ਅਰਜਨ ਦੇਵ ਜੀ ਕੋਲੋਂ, ਹਮ ਬਾਸ਼ਤ ਕੋ ਪਾਈ, ਜੋ ਮੰਗਾਂਗੇ ਮਿਲੇਗਾ। ਵਧਾਈਆਂ ਹੋਣਗੀਆਂ, ਜੋ ਚਾਹਾਂਗੇ ਪ੍ਰਾਪਤ ਹੋਵੇਗਾ। ਤਬ ਲਹਿੰਗੇ ਦਰਸ ਕਰੈਂ, ਤੇ ਜਿਸ ਵੇਲੇ ਆਮਦ ਹੋਵੇਗੀ ਉਸ ਬਾਲਕ ਦੀ, ਸਾਹਿਬਜ਼ਾਦੇ ਦੀ, ਉਹਨਾਂ ਦੇ ਦਰਸ਼ਨ ਕਰਾਂਗੇ। ਦਰਸ਼ਨ ਕਰਕੇ ਭੁੱਖਾਂ ਲੈ ਜਾਣਗੀਆਂ, ਜਿਹੜੀਆਂ ਇਛਾਵਾਂ ਨੇ ਉਹ ਪੂਰਨ ਹੋ ਜਾਣਗੀਆਂ, ਮਨ ਦੀਆਂ ਮੁਰਾਦਾਂ ਪੂਰੀਆਂ ਕਰਾਂਗੇ ਜੀ। ਵੱਡਾਂਗੇ ਬਿਲਾਸ ਗਨ, ਹੈਰਾਂਗੇ ਪ੍ਰਕਾਸ਼ ਗਨ, ਛਤਰ ਹੋਵੇ ਉਦਾਸ ਗਨ, ਲਹਿੰਗੇ ਬਿਨਾਸ਼ ਗਨ। ਜਿਹੜੇ ਦਾਸ ਨੇ ਉਹ ਤੇ ਹੋਣਗੇ ਬੜੇ ਖੁਸ਼, ਜਿਹੜੇ ਸੇਵਕ ਨੇ ਉਹ ਤੇ ਮਨਾਉਣਗੇ ਖੁਸ਼ੀਆਂ, ਉਹ ਤੇ ਹੋਣਗੇ ਪ੍ਰਸੰਨ ਤੇ ਦੇਣਗੇ ਵਧਾਈਆਂ। ਪਰ ਦੂਜੇ ਪਾਸੇ ਸ਼ਤਰੂ ਹੈ ਅਵਦਾਸ ਗਨ, ਜਿਹੜੇ ਸ਼ਤਰੂ ਨੇ ਉਹ ਉਦਾਸ ਹੋ ਜਾਣਗੇ, ਜਿਹੜੇ ਵੈਰੀ ਨੇ ਉਹ ਗਮਗੀਨ ਹੋ ਜਾਣਗੇ, ਜਿਹੜੇ ਦੁਸ਼ਮਣ ਨੇ, ਦੋਖੀ ਨੇ, ਉਹਨਾਂ ਦੇ ਬੁੱਲਾਂ ਤੇ ਸਿਕਰੀ ਜੰਮ ਜਾਏਗੀ, ਕਿਉਂਕਿ ਉਦਾਸ ਹੋ ਜਾਣਗੇ। ਲਹਿੰਗੇ ਬਿਨਾਸ਼ ਗਨ, ਕਿਉਂਕਿ ਉਹਨਾਂ ਨੂੰ ਆਪਣਾ ਅੰਤ ਹੁੰਦਾ ਨਜ਼ਰ ਆਏਗਾ, ਉਹਨਾਂ ਨੂੰ ਆਪਣਾ ਖਾਤਮਾ ਹੁੰਦਾ ਦਿਖਾਈ ਪਵੇਗਾ, ਉਹ ਬੜੇ ਉਦਾਸ ਹੋ ਜਾਵਣਗੇ ਜੀ। ਇਤਨੇ ਮੈਂ ਸੁਧ ਸੁਨ ਸੁਲਹੀ ਕੋ ਆਗਮਨ, ਬਾਣੀ ਸਹੰਸਰ ਪੰਚ ਸੰਗ ਪਟ ਭੀਰ ਕੀ। ਇਧਰੋਂ ਗੁਰੂ ਧੰਨ ਗੁਰ ਅਰਜਨ ਦੇਵ ਮਹਾਰਾਜ ਪਿਆਰਿਓ ਘਰ ਅੰਦਰ ਰੌਣਕਾਂ ਨੇ, ਖੁਸ਼ੀਆਂ ਨੇ, ਸਾਹਿਬਜ਼ਾਦੇ ਦੇ ਆਉਣ ਦੀ ਇੰਤਜ਼ਾਰ ਹੋ ਰਹੀ ਹੈ। ਦਸ ਦਾਸੀਆਂ ਬੜੇ ਖੁਸ਼ ਨੇ। ਪਰ ਦੂਜੇ ਪਾਸੇ ਪ੍ਰਿਥਵੀ ਚੰਦ ਜੋ ਚਾਲਾਂ ਚੱਲ ਰਿਹਾ ਸੀ ਜੀ ਕਿ ਗੁਰਿਆਈ ਮੈਨੂੰ ਨਹੀਂ ਮਿਲੀ, ਹੁਣ ਉਹਨੇ ਕੀ ਕੀਤਾ, ਇਹ ਜਿਹੜੀਆਂ ਪਿਆਰਿਓ ਆਪਣੇ ਸੁਲਹੀ ਖਾਨ ਨੂੰ ਗਾਂਢ ਸੰਢ ਕਰਕੇ ਉਹਨੇ ਸੁਨੇਹੇ ਭੇਜਦਾ, ਤੂੰ ਆ ਮੇਰੀ ਮਦਦ ਕਰ। ਕਵੀ ਜੀ ਕਹਿੰਦੇ ਨੇ, ਇਤਨੇ ਮੈਂ ਸੁਧ ਸੁਨ ਸੁਨਹੀ ਕੋ ਆਗਮਨ। ਪਿਆਰਿਓ ਇਹਨੂੰ ਪਤਾ ਲੱਗਿਆ ਕਿ ਜਿਹੜਾ ਸੁਲਹੀ ਹੈ ਇਹ ਆ ਰਿਹਾ ਹੈ ਬਾਹਨੀ ਸਹੰਸਰ ਪੰਚ ਸੰਗ ਪਟ ਭੀਰ ਕੀ, ਤੇ 5000 ਨਾਲ ਆਪਣੀ ਸੈਨਾ ਲੈ ਕੇ ਆ ਰਿਹਾ, ਆਪਣੀ ਫੌਜ ਲੈ ਕੇ ਆ ਰਿਹਾ ਪ੍ਰਿਥਵੀ ਚੰਦ ਦੀ ਹਮਾਇਤ ਕਰਨ ਵਾਸਤੇ ਤੇ ਧੰਨ ਗੁਰ ਅਰਜਨ ਦੇਵ ਮਹਾਰਾਜ ਉਹਨਾਂ ਦੇ ਵਿਰੋਧ ਵਿੱਚ। ਪ੍ਰਿਥਵੀ ਚੰਦ ਨੂੰ ਗੁਰੂ ਬਣਾਉਣ ਦੇ ਲਈ ਉਹਦੀ ਸਹਾਇਤਾ ਤੇ ਸੁਲਹੀ ਖਾਂ ਇਹ 5000 ਦੀ ਫੌਜ ਲੈ ਕੇ ਆ ਰਿਹਾ ਹੈ ਜੀ। ਪ੍ਰਿਥਿਆ ਕੋ ਮੀਤ ਤਾਪੇ ਪੱਤਰ ਕਾ ਪਠਾਏ ਨੀਤ, ਹਮਕੋ ਅਨੀਤ ਭਾਈ ਰੀਤ ਨਾ ਗਹੀਰ ਕੀ। ਹੁਣ ਆ ਕਿਉਂ ਰਿਹਾ ਕਿ ਪ੍ਰਿਥਿਆ ਕੋ ਮੀਤ, ਪ੍ਰਿਥਵੀ ਚੰਦ ਦਾ ਇਹ ਮਿੱਤਰ ਹੈ, ਤਾਂ ਮੈਂ ਪੱਤਰ ਕਾ ਪਠਾਏ ਨੀਤ, ਤੇ ਪ੍ਰਿਥਵੀ ਚੰਦ ਰੋਜ਼ ਇਹਨੂੰ ਸੁਨੇਹੇ ਭੇਜਦਾ ਹੈ, ਇਹਨੂੰ ਪੱਤਰਕਾਵਾਂ ਲਿਖ ਲਿਖ ਕੇ ਰੁਕੇ ਭੇਜਦਾ ਹੈ। ਕਹਿੰਦਾ ਹਮਕੋ ਅਨੀਤ ਭਾਈ ਸੁਲਹੀ ਖਾਂ, ਮੇਰੇ ਨਾਲ ਬੜਾ ਬੇਇਨਸਾਫੀ ਹੋਈ ਹੈ, ਮੇਰੇ ਨਾਲ ਨਿਆਂ ਨਹੀਂ ਹੋਇਆ, ਮੇਰੇ ਨਾਲ ਬੜਾ ਧੱਕਾ ਹੋਇਆ ਏ, ਰੀਤ ਜਿਹੜੀ ਸਹੀ ਨਹੀਂ ਹੋਈ ਮੇਰੇ ਨਾਲ। ਕਹਿਣ ਲੱਗੇ ਜੋ ਹੋਇਆ ਉਹ ਗਲਤ ਹੋਇਆ ਹੈ, ਵੱਡਿਆਂ ਆਦਮੀਆਂ ਦੀ ਜੋ ਰੀਤੀ ਹੈ ਉਹ ਨਹੀਂ ਹੋਈ ਹੈ ਜੀ। जेठो मैं सो बैठो रहो लागने इकट्ठो तान लीन गोरे आई ना सहाय तोहे बीर की। कहन लगा बेइंसाफी ये होई है, धक्का ये हो कि जेठो तो मराद के वड्डा, कहंदा वड्डा सी मैं ते मैं वड्डा होण करके ना खाली बैठा हुआ हाथ रख के मेरी पेश नहीं कोई गई। जेठो मैं सो बैठो रहो लागने इकट्ठो धन लीन गुरियाई, ते जिहड़ा छोटा सी
ਉਹਨੇ ਗੁਰਿਆਈ ਵੀ ਲੈ ਲਈ, ਉਹਨੇ ਸਾਰੇ ਪਦਾਰਥ ਵੀ ਲੈ ਲਏ, ਸਾਰਾ ਘਰ ਉਹੀ ਸਾਂਭ ਕੇ ਬਹਿ ਗਿਆ। ਨਾ ਸਹਾਇ ਤੋਹੇ ਵੀਰ ਕੀ, ਉਹਦਾ ਕਾਰਨ ਇਹ ਹੈ ਕਿ ਤੇਰੇ ਵਰਗੇ ਕਿਸੇ ਸੂਰਬੀਰ ਨੇ ਮੇਰੀ ਸਹਾਇਤਾ ਨਹੀਂ ਕੀਤੀ, ਤੇਰੇ ਵਰਗੇ ਨੇ ਕੋਈ ਮੇਰੀ ਮਦਦ ਨਹੀਂ ਕੀਤੀ, ਤਾਂ ਮੇਰੇ ਨਾਲ ਧੱਕਾ ਹੋਇਆ, ਤਾਂ ਇਹ ਬੇਇਨਸਾਫੀ ਹੋਈ ਹੈ ਕਿ ਮੈਂ ਵੱਡਾ ਹੋਣ ਕਰਕੇ ਮੈਂ ਖਾਲੀ ਰਹਿ ਗਿਆ ਵਾਂ ਤੇ ਸਭ ਕੁਝ ਮੇਰੇ ਤੋਂ ਨਿੱਕਾ ਲੈ ਗਿਆ ਹੈ ਜੀ। ਐਸੇ ਸੁਨ ਆਇਓ ਸੰਗ ਅਦਕ ਸਮਾਜ ਲਿਆਇਓ, ਜਿਨ ਕੇ ਨ ਰੀਤ ਲੀਨ ਆਗਿਆ ਜਹਾਂਗੀਰ ਕੀ। ਐਸੋ ਸੁਨ ਆਇਓ, ਇਹ ਹੁਣ ਪ੍ਰਿਥਵੀ ਚੰਦ ਦੀਆਂ ਸੁਨੇਹੇ ਸੁਣ ਕੇ, ਚਿੱਠੀਆਂ ਪੜ੍ਹ ਕੇ ਸੁਲਹੀ ਖਾਂ ਹੁਣ ਆਇਆ ਹੈ। ਐਸੋ ਸੁਨ ਆਇਓ ਸੰਗ ਅਦਕ ਸਮਾਜ ਲਿਆਇਓ, ਨਾਲ ਫਿਰ ਆਪਣੀ ਬਹੁਤ ਸਾਰੀ ਸੈਨਾ ਲੈ ਕੇ ਆਇਆ। ਜੈਨ ਕਿਨ ਰੀਤ ਲੀਨ ਆਗਿਆ ਜਹਾਂਕਾਰ ਕੀ, ਤੇ ਜਹਾਂਗੀਰ ਕੀ ਜਿਵੇਂ ਕਰਕੇ ਜਿਵੇਂ ਕਿਵੇਂ ਇਹਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਆਉਣ ਦੀ ਆਗਿਆ ਲੈ ਲਈ ਹੈ। ਸੁਰੀ ਖਾਨ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਬਹਾਨੇ ਮਾਰ ਕੇ, ਝੂਠ ਸੱਚ ਬੋਲ ਕੇ ਆਗਿਆ ਲੈ ਕੇ ਤੇ ਸੈਨਾ ਲੈ ਕੇ ਇਹ ਸ੍ਰੀ ਅੰਮ੍ਰਿਤਸਰ ਵੱਲ ਨੂੰ ਆ ਰਿਹਾ ਹੈ ਜੀ। ਕੀਨਸ ਖੋਟਾਈ ਗੁਰੂ ਅਰਜਨ ਬਾਂਧ ਲਿਓ, ਰਾਮਦਾਸ ਪੂਰਾ ਲੂਟ ਦਿਓ ਮੈਂ ਸਜਾਏ ਕੋ। ਹੁਣ ਪਿਆਰਿਓ ਇਹ ਕਹਿੰਦਾ ਕਿ ਪ੍ਰਿਥਵੀ ਚੰਦ ਤੂੰ ਪਰਵਾਹ ਨਾ ਕਰ। ਸੁਲਹੀ ਖਾਨ ਨੇ ਖੋਟੀ ਗੱਲ ਸੋਚੀ ਹੈ, ਇਹਦੀ ਮੱਤ ਮਾਰੀ ਗਈ। ਕਹਿੰਦਾ ਇਹ ਗੱਲ ਹੈ, ਕੋਈ ਗੱਲ ਨਹੀਂ, ਗੁਰ ਅਰਜਨ ਬਾਂਧ ਲਿਓ, ਗੁਰ ਅਰਜਨ ਦੇਵ ਮਹਾਰਾਜ ਜੀ ਨੂੰ ਬੰਨ ਲਵਾਂਗਾ, ਮੈਂ ਉਹਨਾਂ ਦੀਆਂ ਮੁਸ਼ਕਾਂ ਬੰਨਾਂਗਾ। ਰਾਮਦਾਸ ਪੂਰਾ ਲੂਟ ਦਿਓ ਮੈਂ ਸਜਾਏ ਕੋ। ਇਹ ਜੋ ਅੰਮ੍ਰਿਤਸਰ ਨਗਰੀ ਵਸਾਈ ਹੈ, ਜੋ ਕੁਝ ਉਹਨਾਂ ਦੇ ਕੋਲ ਹੈ, ਮੈਂ ਸਭ ਕੁਝ ਲੁੱਟ ਲਵਾਂਗਾ, ਮੈਂ ਉਹਨਾਂ ਨੂੰ ਬਹੁਤ ਸਜ਼ਾ ਦੇਵਾਂਗਾ ਜੀ। ਮੀਤ ਪਾਰ ਕਰਿਓ, ਮੀਤ ਪਾਰ ਕਰੋ, ਉਪਕਾਰ ਕੋ ਸਿਧਾਰ ਕਰ, ਆਇਓ ਰਿਸ ਧਾਰ ਕੈ ਲੈ ਆਣੀ ਸਮੁਦਾਇ ਕੋ। ਤੇ ਕਹਿੰਦਾ ਆਪਣੇ ਮਿੱਤਰ ਤੇ ਮੈਂ ਕਰਾਂਗਾ ਪਰਉਪਕਾਰ, ਉਹਦਾ ਕਾਰਜ ਮੈਂ ਦਿਆਂਗਾ ਸੁਧਾਰ, ਕਹਿੰਦਾ ਉਹਦਾ ਮੈਂ ਕਰਾਂਗਾ ਭਲਾ। ਇਹ ਸੋਚ ਕੇ ਭੈੜੀ ਮੱਤ ਵਾਲਾ, ਖੋਟੀ ਨੀਅਤ ਵਾਲਾ ਸੁਰਹੀ ਖਾਂ ਬਹੁਤ ਸਾਰੀ ਫੌਜ ਇਹ ਸੈਨਾ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਇਵੇਂ ਕਹਿ ਲਈਏ ਕਿ ਚੜ੍ਹਾਈ ਕਰਕੇ ਆ ਰਿਹਾ ਹੈ ਜੀ। ਸੁਲਹੀ ਜਮਨ ਆਇਓ ਪ੍ਰਿਥੀਏ ਨੇ ਸੁਨ ਪਾਇਓ, ਸੰਗ ਚਮੂ ਲਿਆਇਓ ਪਇਓ ਹੇਤ ਮੇਰੇ ਆਵਨੋ। ਪਰ ਇਹਦੇ ਸੁਲਹੀ ਖਾਨ ਦੇ ਆਉਣ ਤੋਂ ਪਹਿਲਾਂ ਹੀ ਜਿਸ ਵੇਲੇ ਪ੍ਰਿਥਵੀ ਚੰਦ ਨੇ ਝਗੜਾ ਬੜਾ ਕੀਤਾ, ਕਲੇਸ਼ ਬੜਾ ਪਾਇਆ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਮੇਰੇ ਸਾਹਿਬ ਜੀ, ਕਿ ਜਿਹੜੇ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਤੱਤੇ ਨਾ ਹੋਏ, ਸ਼ਾਂਤ ਸੁਭਾਅ ਵਾਲੇ ਸਨ ਨਾ ਜੀ। ਹਾਲਾਂਕਿ ਸਾਈਂ ਮੀਆਂ ਮੀਰ ਉਹ ਵੇਖ ਕੇ ਥੋੜਾ ਤੱਤਾ ਹੋ ਜਾਂਦਾ ਹੈ ਕਿ ਮਹਾਰਾਜ ਤੁਸੀਂ ਇਹ ਝੱਲੀ ਜਾਂਦੇ ਹੋ, ਮੈਨੂੰ ਆਗਿਆ ਦਿਓ ਕਿ ਮੈਂ ਸਭ ਕੁਝ ਤਹਿਸ਼ ਨਹਿਸ਼ ਕਰਕੇ ਰੱਖ ਦਿਆਂ। ਤੇ ਧੰਨ ਗੁਰ ਅਰਜਨ ਦੇ ਸ਼ਾਂਤੀ ਦੇ ਪੁੰਜ ਸਤਿਗੁਰ ਹੱਸ ਕੇ ਤੱਤੀ ਤਵੀ ਤੇ ਬੈਠੇ ਹੋਏ ਕਹਿੰਦੇ ਨੇ, ਵੇਖ ਮੀਆਂ ਮੀਰ, ਇਹ ਜੇਠ ਦਾ ਮਹੀਨਾ ਤੱਤਾ, ਇਹ ਪਾਣੀ ਤੱਤੀ, ਇਹ ਲੋਹ ਤੱਤੀ, ਇਹ ਅਰੇਤਾ ਵੀ ਤੱਤੀ, ਜਹਾਂਗੀਰ ਵੀ ਤੱਤਾ, ਚੰਦੂ ਵੀ ਤੱਤਾ, ਮੁਰਤਜਾ ਖਾਂ ਵੀ ਤੱਤਾ। ਮੀਆਂ ਮੀਰ ਵੇਖ ਕੇ ਮੈਨੂੰ ਤੂੰ ਵੀ ਤੱਤਾ ਹੋ ਗਿਆ, ਪਰ ਜਿਸ ਅਰਜਨ ਨੂੰ ਤਪਾਉਣ ਲਈ ਸਾਰਾ ਪ੍ਰਬੰਧ ਕੀਤਾ ਗਿਆ, ਉਹ ਅਰਜਨ ਅਜੇ ਵੀ ਠੰਡੇ ਦਾ ਠੰਡਾ ਹੀ ਹੈ, ਉਹ ਨਹੀਂ ਤਪਿਆ। ਸਤਿਗੁਰ ਸ਼ਾਂਤੀ ਦੇ ਪੁੰਜ ਸਨ ਜੀ। ਜਦੋਂ ਪ੍ਰਿਥਵੀ ਚੰਦ ਨੇ ਵਿਰੋਧ ਕੀਤਾ, ਇਦਾਂ ਦਾ ਝਗੜਾ ਪਾਉਣਾ ਚਾਹਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪਰਿਵਾਰ ਨੂੰ ਲੈ ਕੇ ਨਾ ਜੀ ਸਤਿਗੁਰੂ ਜੀ ਇੱਥੋਂ ਚਲੇ ਜਾਂਦੇ ਨੇ ਗੁਰੂ ਕੀ ਉਡਾਲੀ। ਮਰਜ਼ੀ ਦਾ ਆਪਾਂ ਉੱਥੇ ਚੱਲਦੇ, ਆਪਾਂ ਕੀ ਲੈਣਾ ਝਗੜੇ ਚੋਂ, ਆਪਾਂ ਕੀ ਲੈਣਾ ਕਲੇਸ਼ ਚੋਂ। ਇਸ ਕਰਕੇ ਸਤਿਗੁਰੂ ਜੀ ਤੇ ਚਲੇ ਗਏ ਉੱਥੇ। ਸ੍ਰੀ ਅੰਮ੍ਰਿਤਸਰ ਸਾਹਿਬ ਹੈ ਹੀ ਨਹੀਂ, ਲੇਕਿਨ ਸੁਲਹੀ ਖਾਂ ਉਹ ਅਜੇ ਸ੍ਰੀ ਅੰਮ੍ਰਿਤਸਰ ਹੀ ਆ ਰਿਹਾ, ਸੋਚ ਕੇ ਇਹੀ ਕਿ ਗੁਰੂ ਸਾਹਿਬ ਇੱਥੇ ਹੋਣਗੇ। ਹੁਣ ਜਦੋਂ ਪਿਆਰਿਓ ਪ੍ਰਿਥਵੀ ਚੰਦ ਨੂੰ ਪਤਾ ਲੱਗਿਆ ਕਿ ਮੇਰਾ ਮਿੱਤਰ ਸੁਲਹੀ ਖਾਂ ਆ ਰਿਹਾ ਹੈ, ਸੁਲਹੀ ਜਮਨ ਆਇਓ ਪ੍ਰਿਥਵੀ ਨੇ ਸੁਣ ਪਾਇਓ। ਜਦੋਂ ਪ੍ਰਿਥਵੀ ਨੇ ਸੁਣਿਆ ਕਿ ਸੁਲਹੀ ਖਾਂ ਆਇਆ ਹੈ, ਸੰਗ ਚਮੂ ਲਿਆਇਓ, ਨਾਲ ਬਹੁਤ ਫੌਜ ਲੈ ਕੇ ਆਇਆ, ਪਇਓ ਹੇਤ ਮੇਰੋ, ਮੇਰੇ ਲਈ ਆਇਆ, ਮੇਰੀ ਖਾਤਰ ਇਹ ਚੱਲ ਕੇ ਆਇਆ ਹੈ ਜੀ। ਛਤਰ ਹੈ ਸਹੋਦਰ ਸੋ ਤਿਆਗ ਗਇਓ ਘਰ ਅਬ, ਜਾਏ ਮਿਲੋ ਆਗੇ ਕਰੋ ਤਿਸੈ ਹਰ ਖਾਵਨੋ। ਤੇ ਕਹਿਣ ਇਹਨੇ ਸੋਚਿਆ ਵੀ ਧੰਨ ਗੁਰ ਅਰਜਨ ਦੇਵ ਮਹਾਰਾਜ ਉਹ ਤਾਂ ਚਲੇ ਗਏ ਨੇ, ਛਤਰ ਹੈ ਸਹੋਦਰ,
ਭਾਵ ਕਿ ਨਿੱਕਾ ਮੇਰਾ ਭਰਾ ਜੋ ਮੇਰਾ ਇਹ ਸੋਚਦਾ ਨਾ ਕਿ ਮੇਰੇ ਦੁਸ਼ਮਣ ਨੇ। ਇਹ ਪ੍ਰਿਥਵੀ ਚੰਦ ਕਹਿੰਦਾ ਕਿ ਗੁਰ ਅਰਜੁਨ ਦੇਵ ਮੇਰੇ ਦੁਸ਼ਮਣ ਨੇ, ਪਰ ਧੰਨ ਗੁਰ ਅਰਜਨ ਦੇਵ ਉਹਨਾਂ ਦੇ ਸੁਭਾਅ ਤਾਂ ਐਸਾ ਸੀ, ਉਹ ਕਹਿੰਦੇ ਨੇ ਨਾ ਕੋ ਹਮਾਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਿਰਾਈ। ਉਹ ਤਾਂ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਣ। ਉਹ ਤਾਂ ਕਹਿੰਦੇ ਮੇਰਾ ਕੋਈ ਦੁਸ਼ਮਣ ਹੈ ਹੀ ਨਹੀਂ। ਪ੍ਰਿਥਵੀ ਚੰਦ ਦੀ ਆਪਣੀ ਸੋਚ ਹੈ ਨਾ ਜੀ। ਜਦੋਂ ਇਹਨੇ ਵੇਖਿਆ ਸੁਣਿਆ ਕਿ ਸੁਲਹੀ ਖਾਂ ਆ ਰਿਹਾ ਤੇ ਸੋਚਦਾ ਛਤਰ ਹੈ ਸਹੋਦਰ, ਕਿ ਜਿਹੜਾ ਮੇਰਾ ਦੁਸ਼ਮਣ ਮੇਰਾ ਨਿੱਕਾ ਭਰਾ ਗੁਰ ਅਰਜਨ ਸੋ ਤਿਆਗ ਗਇਓ ਘਰ, ਅਬ ਉਹ ਤੇ ਘਰ ਛੱਡ ਕੇ ਚਲੇ ਗਏ ਨੇ, ਉਹ ਤਾਂ ਇੱਥੇ ਹੈ ਹੀ ਨਹੀਂ। ਤੇ ਮੈਂ ਸੁਲਹੀ ਖਾਂ ਨੂੰ ਅੱਗੋਂ ਜਾ ਕੇ ਮਿਲਦਾ ਵਾਂ, ਉਹਨੂੰ ਜਾ ਕੇ ਇੱਕ ਤਾਂ ਖੁਸ਼ਖਬਰੀ ਦੇ ਦੇਣਾ ਵੀ ਤੇਰੇ ਆਉਣ ਤੋਂ ਪਹਿਲਾਂ ਹੀ ਆਪਣਾ ਕਾਰਜ ਹੋ ਗਿਆ ਹੈ, ਵੀ ਗੁਰ ਅਰਜਨ ਦੇਵ ਜੀ ਚਲੇ ਗਏ ਨੇ। ਇਸ ਕਰਕੇ ਤੁਹਾਨੂੰ ਹੁਣ ਇਸ ਨਗਰੀ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਜੀ। ਆਵੇ ਰਾਮਦਾਸਪੁਰ ਖੇਚਲ ਕਰਾਂਗੇ ਬਹੁ, ਜਾਂ ਪੇਰੋ ਕੋ ਜਾਏ ਭਇਓ ਕਾਜ ਮਨ ਭਾਵਨੋ। ਇਹਨੇ ਸੋਚਿਆ ਕਿ ਮੈਂ ਉਹਨੂੰ ਜਾ ਕੇ ਆਖਦਾ ਵੀ ਹੁਣ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦੀ ਐਵੇਂ ਖੇਚਲ ਕਰੋਗੇ, ਹੁਣ ਤੁਹਾਡੇ ਆਉਣ ਦੇ ਕਾਰਨ ਕੋਈ ਨਹੀਂ ਹੈ। ਜਿਹੜਾ ਕਾਰਨ ਸੀ ਉਹ ਤੇ ਸਿੱਧ ਹੋ ਗਿਆ, ਕਾਰਜ ਆਪਣਾ ਬਣ ਗਿਆ ਕਿ ਗੁਰ ਅਰਜੁਨ ਦੇਵ ਜੀ ਤਾਂ ਇੱਥੋਂ ਚਲੇ ਗਏ ਨੇ। ਇਸ ਕਰਕੇ ਤੁਸੀਂ ਹੁਣ ਕਾਹਨੂੰ ਇੱਥੇ ਆਉਣ ਦੀ ਖੇਚਲ ਕਰਨੀ ਹੈ। ਇਸ ਕਰਕੇ ਮੈਂ ਜਾਵਾਂ ਤੇ ਜਾ ਕੇ ਇਹ ਸੁਲਹੀ ਖਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੰਦਾ, ਨਾਲੇ ਖੁਸ਼ਖਬਰੀ ਦੇ ਦਿੰਦਾ। ਹਾਂ ਜੀ। ਕਰਿਓ ਤਬ ਜਾਵਨੋ ਪਦਾਰਥ ਸੁਹਾਵਨੋ ਲੈ, ਹੋਏ ਗਰ ਬਾਵਨੋ ਵਿਸਾਲ ਚਿਤ ਚਾਵਨੋ। ਮਨ ਵਿੱਚ ਇਹਦੇ ਹੰਕਾਰ ਵੀ ਹੈ ਤੇ ਚਿੱਤ ਵਿੱਚ ਨਾ ਚਾਹ ਵੀ ਹੈ। ਚਾਹ ਇਹਨੂੰ ਇਹ ਕਿ ਸ਼ਾਇਦ ਗੁਰ ਅਰਜੁਨ ਦੇਵ ਮਹਾਰਾਜ ਚਲੇ ਗਏ ਨੇ ਤੇ ਸਭ ਕੁਝ ਮੇਰਾ ਹੀ ਹੋ ਜਾਏਗਾ, ਸਭ ਕੁਝ ਮੇਰਾ। ਚਾਹ ਵੀ ਹੈ, ਹੰਕਾਰ ਇਹਨੂੰ ਬੜਾ ਕਿ ਮੇਰੇ ਮਿੱਤਰ ਨੇ ਸੁਲਹੀ ਖਾਂ ਵਰਗੇ, ਸੁਲਭੀ ਖਾਂ ਵਰਗੇ ਏਦਾਂ ਦੇ ਹੰਕਾਰੀ ਵੀ ਹੈ। ਇਸ ਕਰਕੇ ਜਦੋਂ ਇਹ ਸੁਲਹੀ ਖਾਂ ਦੇ ਆਉਣ ਦੀ ਖਬਰ ਸੁਣਦਾ, ਜਦੋਂ ਰਸਤੇ ਵਿੱਚ ਉਹਨੂੰ ਰੋਕਣ ਜਾਂਦਾ ਨਾ ਜੀ, ਕਰਿਓ ਤਬ ਜਾਵਨੋ, ਅੱਗੋਂ ਉਹਨੂੰ ਮਿਲਣ ਵਾਸਤੇ ਗਿਆ। ਪਦਾਰਥ ਸੁਹਾਵਣੋਂ ਲੈ ਤੇ ਬੜੇ ਕੀਮਤੀ ਵਧੀਆ ਪਦਾਰਥ ਉਹਨੂੰ ਅੱਗੋਂ ਉਹਦਾ ਸਤਿਕਾਰ ਕਰਨ ਦੇ ਲਈ, ਉਹਦਾ ਵੈਲਕਮ ਕਰਕੇ ਦੇਣ ਦੇ ਲਈ ਅੱਗੋਂ ਵਧੀਆ ਜਿਹੜੇ ਸੋਹਣੇ ਪਦਾਰਥ ਲੈ ਕੇ ਜਾਂਦਾ, ਇਵੇਂ ਕੱਲੇ ਨੂੰ ਭੇਟਾ ਕਰਨ ਵਾਸਤੇ, ਉਹਨੂੰ ਖੁਸ਼ ਕਰਨ ਵਾਸਤੇ, ਉਹਦੀ ਖੁਸ਼ਾਮਦੀ ਕਰਨ ਵਾਸਤੇ ਇਹ ਕੀਮਤੀ ਚੀਜ਼ਾਂ ਲੈ ਕੇ ਜਾਂਦਾ ਹੈ ਜੀ। ਮਿਲਿਓ ਜਾਏ ਆਗੇ ਦੇਖ ਦੋ ਅਨਰਾਗੇ ਮਨ, ਗਾਰੇ ਸੰਗ ਲਾਗੇ ਪੁਨ ਬੈਠੇ ਮੁਸਕਾਏ ਕਰ। ਸੁਲਹੀ ਖਾਂ ਨੂੰ ਇਹ ਅੱਗੇ ਹੋ ਕੇ ਮਿਲਿਆ ਜੀ। ਦੋਨਾਂ ਨੇ ਇੱਕ ਦੂਸਰੇ ਨੂੰ ਦੇਖਿਆ, ਦੇਖ ਕੇ ਬੜੇ ਖੁਸ਼ ਹੋਏ ਨੇ, ਗਾਰੇ ਸੰਗ ਲਾਗੇ ਤੇ ਗਲੇ ਲਾ ਕੇ ਇੱਕ ਦੂਸਰੇ ਨੂੰ ਇਹ ਮਿਲੇ ਨੇ। ਆਪਸ ਦੇ ਵਿੱਚ ਇਹ ਗਲੇ ਲਾ ਕੇ ਮਿਲੇ ਨੇ, ਪੁਨ ਬੈਠੇ ਮੁਸਕਾਏ ਕੈ, ਤੇ ਫਿਰ ਹੱਸ ਕੇ ਗੱਲਾਂ ਬਾਤਾਂ ਕਰਦੇ ਦੋਨੋਂ ਬੈਠ ਜਾਂਦੇ ਹਨ ਜੀ। ਜਾਫਤ ਕੇ ਹਿਤ ਧਨ ਦੀਨੋ ਹਿਤ ਕੀਨੋ ਬਹੁ, ਆਏ ਹੋ ਕਰਮ ਧਾਰਮੀਤ ਸੁਖਦਾਇ ਕਰ। ਜਾਫਤ ਕੇ ਹਿਤ ਮੁਰਾਦ ਹੈ ਕਿ ਜਿਆਫਾ ਦੇਣ ਦੇ ਲਈ, ਭਾਵ ਕਿ ਇੰਨੀ ਫੌਜ ਆ ਰਹੀ ਹੈ, ਸੈਨਾ ਆ ਰਹੀ ਹੈ, ਉਹਦੇ ਪਰ ਖਾਣ ਪਾਣ ਦਾ ਜਿਹੜਾ ਖਰਚਾ, ਉਹਦੇ ਵਜੋਂ ਪ੍ਰਿਥਵੀ ਚੰਦ ਨੇ ਬਹੁਤ ਸਾਰਾ ਧਨ ਸੁਲਹੀ ਖਾਂ ਨੂੰ ਦਿੱਤਾ। ਹਿਤ ਕੀਨੋ ਬਹੁ ਉਹ, ਕਿਉਂਕਿ ਇਸ ਕਰਕੇ ਵੀ ਇਹਨੇ ਮੇਰੇ ਨਾਲ ਪਿਆਰ ਕੀਤਾ, ਸੁਲਹੀ ਖਾਂ ਨੇ ਮੇਰੇ ਕਰਕੇ ਆਇਆ। ਆਏ ਹੋ ਕਰਮ ਧਾਰ ਮੀਤ ਸੁਖਦਾਇ ਕੋ, ਕਿ ਆਪਣੇ ਮਿੱਤਰ ਨੂੰ ਤੁਸੀਂ ਸੁਖ ਦੇਣ ਵਾਸਤੇ ਆਏ ਹੋ। ਇਹ ਕਿਰਪਾ ਕਰਕੇ ਆਹ ਜਿਹੜਾ ਧਨ ਹੈ ਇਹ ਮੈਂ ਤੁਹਾਨੂੰ ਦੇ ਰਿਹਾ ਵਾਂ। ਇਸ ਕਰਕੇ ਕਿ ਤੁਹਾਡੇ ਆਉਣ ਤੋਂ ਪਹਿਲਾਂ ਹੀ ਆਪਣਾ ਕਾਰਜ ਰਾਸ ਹੋ ਗਿਆ। ਇਹ ਤੁਹਾਡੀ ਫੌਜ ਦਾ, ਤੁਹਾਡਾ ਸਾਰਾ ਇੱਥੇ ਖਾਣ ਪਾਣ ਦਾ ਪ੍ਰਬੰਧ ਕਰਨ ਵਾਸਤੇ ਹੈ ਜੀ। ਸੁਲਹੀ ਭਨਤ ਮੈਂ ਨਾ ਲੇਵੋ ਧਨ ਆਨ ਬਨ, ਦੇਨੋ ਬਨੈ ਗੁਰੂ ਤੁਮ ਮਨ ਜਗ ਪਾਏ ਕਰ। ਸੁਲਹੀ ਖਾਂ ਅੱਗੋਂ ਕਹਿੰਦਾ ਕਿ ਪ੍ਰਿਥਵੀ ਚੰਦ, ਮੈਂ ਤੇਰੇ ਕੋਲੋਂ ਧਨ ਨਹੀਂ ਲੈਣਾ, ਮੈਂ ਇਹ ਮਾਇਆ ਨਹੀਂ ਲੈਣੀ, ਕਿਉਂਕਿ ਅਨ ਬਨ ਦੇਨੋ ਬਨੈ, ਕਿਉਂਕਿ ਇਹਦੇ ਨਾਲ ਕਹਿੰਦੇ ਨੇ ਅਨਬਣ ਹੋ ਸਕਦੀ ਆਪਣੀ ਨਾ, ਆਪਾਂ ਮਿੱਤਰਿਆਂ ਦੋਨੋਂ। ਇਸ ਕਰਕੇ ਇਹ ਧਰ ਮੈਂ ਨਹੀਂ ਲੈਣਾ। ਗੁਰੂ ਤੁਮ ਮਾਨੈ ਜਗ ਭਾਏ ਕੋ, ਕਹਿੰਦੇ ਨੇ ਸਾਰਾ ਜਗਤ ਨੂੰ ਗੁਰੂ ਮੰਨਦਾ, ਤੁਸੀਂ ਗੁਰੂ ਬਣੇ ਹੋ। ਇਹ ਸਾਰਾ ਲੋਕ
ਤੁਹਾਨੂੰ ਗੁਰੂ ਮੰਨਦੇ ਨੇ ਉਹ ਮੱਥਾ ਟੇਕਦੇ ਹਨ ਜੀ। ਬਾਸ਼ਨ ਤੋਂ ਕੋ ਪਾਏ ਕਰ ਸੀਸ ਕੋ ਨਿਵਾਏ ਕਰ, ਭੇਟਤ ਚੜਾਏ ਕਰ ਬਨੈ ਸਿੱਖ ਆਏ ਕਰ। ਹੁਣ ਜਿਹੜੇ ਤੁਹਾਡੇ ਆਣ ਕੇ ਸਿੱਖ ਬਣਦੇ ਨੇ, ਤੁਹਾਨੂੰ ਆਣ ਕੇ ਭੇਟਾ ਚੜਾਉਂਦੇ ਨੇ, ਮੱਥਾ ਟੇਕਦੇ ਨੇ, ਤੁਹਾਨੂੰ ਆਣ ਕੇ ਸੀਸ ਨਿਵਾਉਂਦੇ ਨੇ, ਫਿਰ ਆਪਣੇ ਮਨ ਇੱਛੇ ਜੋ ਮੰਗਦੇ ਨੇ ਉਹ ਫਲ ਪਾਉਂਦੇ ਨੇ। ਇਸ ਕਰਕੇ ਇਹ ਜਿਹੜਾ ਧਨ ਹੈ ਇਹ ਮੈਂ ਤੁਹਾਡੇ ਪਾਸੋਂ ਨਹੀਂ ਲੈਣਾ, ਤੇ ਦੂਸਰਾ ਤੁਸੀਂ ਮੇਰੇ ਮਿੱਤਰ ਵੀ ਹੋ, ਬੇਗਾਨੇ ਥੋੜੀ ਹੋ ਕਿ ਮੈਂ ਤੁਹਾਡੇ ਕੋਲੋਂ ਇਹ ਧਨ ਲੈਣਾ, ਨਾ ਤੁਸੀਂ ਮੇਰੇ ਸੱਜਣ, ਇਸ ਕਰਕੇ ਇਹ ਨਹੀਂ ਮੈਂ ਲੈਣਾ ਹੈ ਜੀ। ਸਵਈਆ ਪ੍ਰਥਿਆ ਸੁਲਹੀ ਸੋ ਭਨੈ, ਸੁਨ ਮੀਤ ਗੁਰੂ ਕਰ ਕੋ ਇਹ ਜਾਨ ਪ੍ਰਸਾਦੂ। ਪ੍ਰਿਥਵੀ ਚੰਦ ਅੱਗੋਂ ਆਖਦਾ ਕਿ ਸੁਲਹੀ ਖਾਂ ਜੀ ਸੁਨ ਮੀਤ, ਤੂੰ ਮੇਰਾ ਮਿੱਤਰ ਹੈ, ਪਰ ਇਹ ਜਿਹੜਾ ਧਨ ਮੈਂ ਤੈਨੂੰ ਦੇ ਰਿਹਾ ਹੈ ਨਾ, ਇਹ ਨਾ ਸੋਚ ਕਿ ਮੈਂ ਤੈਨੂੰ ਕੋਈ ਰਿਸ਼ਵਤ ਦੇ ਰਿਹਾ ਵੀ ਜਾਂ ਮੈਂ ਤੇਰੇ ਤੇ ਆਸਾਨ ਕਰ ਰਿਹਾ, ਜਾਂ ਜੋ ਤੂੰ ਜਿਹੜਾ ਆਸਾਨ ਮੇਰੇ ਤੇ ਕੀਤਾ ਮੈਂ ਉਹਦਾ ਮੁੱਲ ਦੇ ਰਿਹਾ, ਨਹੀਂ, ਇਹ ਨਾ ਸੋਚ। ਗੁਰੂ ਘਰ ਕੋ ਇਹ ਜਾਨ ਪ੍ਰਸਾਦੂ, ਬਸ ਇਹ ਸੋਚ ਵੀ ਗੁਰੂ ਘਰ ਦਾ ਪ੍ਰਸਾਦ ਹੈ, ਇਹ ਗੁਰੂ ਘਰ ਦਾ ਪ੍ਰਸਾਦ ਜਾਣ ਕੇ ਤੁਸੀਂ ਇਹਨੂੰ ਸਵੀਕਾਰ ਕਰੋ ਜੀ। ਤਨ ਦੇਖ ਕੇ ਹੇਤ ਦਇਓ ਤੁਮ ਕੋ, ਲਿਓ ਆਪ ਕਰੋ ਹਮਰੋ ਅਹਲਾਦੂ। ਔਰ ਇਹ ਜਿਹੜਾ ਧਨ ਹੈ ਇਹ ਮੈਂ ਤੁਹਾਨੂੰ ਇਸ ਕਰਕੇ ਦੇਖ ਰਿਹਾ ਵੀ ਤੁਹਾਡੇ ਪ੍ਰਸ਼ਾਦੇ ਪਾਣੀ ਦੇ ਪ੍ਰਬੰਧ ਵਾਸਤੇ, ਇਹ ਨਹੀਂ ਤੁਹਾਡੀ ਸੈਨਾ ਫੌਜ ਇਹਨਾਂ ਉਹਦਾ ਖਰਚਾ ਹੈ ਖਾਣ ਪਾਣ ਦਾ, ਇਹ ਉਹਦੇ ਲਈ ਮੈਂ ਦੇ ਰਿਹਾ, ਲਿਓ ਆਪ, ਇਹ ਤੁਸੀਂ ਲੈ ਲਓ। ਕਹਿਣ ਲੱਗੇ ਇਹ ਸਵੀਕਾਰ ਕਰੋ, ਇਹ ਸਮਝੋ ਕਿ ਸਾਡੇ ਵੱਲੋਂ ਤੁਹਾਡੀ ਸੇਵਾ ਹੀ ਹੈ ਜੀ। ਵਿਸ਼ਵਾਸ ਵਿਸਾਲ ਹੈ ਤੁਮਰੇ ਪਰ, ਦੇਖ ਸਕੋ ਨਹਿ ਮੋਰ ਬਿਸਾਦੂ। ਕਹਿਣ ਲੱਗੇ ਫਿਰ ਮੈਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ, ਮੈਨੂੰ ਤੁਹਾਡੇ ਤੇ ਬਹੁਤ ਯਕੀਨ ਹੈ, ਭਾਵੇਂ ਕਿ ਤੁਸੀਂ ਮੇਰਾ ਦੁੱਖ ਨਹੀਂ ਵੇਖ ਸਕਦੇ, ਦੇਖ ਸਕੋ ਨਾ ਮੋਰ ਬਸਾਦੂ, ਤੁਸੀਂ ਮੇਰੇ ਇਹਨੂੰ ਹਿੱਤੂ, ਇਹਨੇ ਮੇਰੇ ਪਿਆਰੇ ਜੇ, ਇਹਨਾਂ ਮੇਰਾ ਚੰਗਾ ਚਾਹਣ ਵਾਲੇ ਹੋ, ਤੁਹਾਡੇ ਤੇ ਮੈਨੂੰ ਬੜਾ ਵਿਸ਼ਵਾਸ ਹੈ ਜੀ। ਬਲ ਸੰਗ ਸਹਾਇਕ ਹੋ ਰਿਪਕਾਇਕ, ਕੋ ਨ ਸਕੈ ਕਰਮੋ ਸੋ ਬੇਬਾਦੂ। ਬੜੀ ਤਾਕਤ ਨਾਲ, ਆਪਣੇ ਬਲ ਦੇ ਨਾਲ ਤੁਸੀਂ ਮੇਰੀ ਸਹਾਇਤਾ ਕਰਨ ਵਾਲੇ ਹੋ। ਰਿਪਕਾਇਕ ਕੋ, ਵੈਰੀਆਂ ਦਾ ਨਾਸ਼ ਕਰਨ ਵਾਲੇ ਜੇ, ਕੋਈ ਵੀ ਮੇਰੇ ਨਾਲ ਝਗੜਾ ਨਹੀਂ ਕਰ ਸਕਦਾ ਜੇ ਤੁਹਾਡੇ ਵਰਗੇ ਸੱਜਣ ਮਿੱਤਰ ਮੇਰੇ ਨਾਲ ਨੇ। ਤੁਸੀਂ ਮੇਰੇ ਮਿੱਤਰ ਜੇ ਸੁਲਹੀ ਖਾਂ, ਮੇਰਾ ਦੁੱਖ ਨਹੀਂ ਤੁਸੀਂ ਵੇਖ ਸਕਦੇ, ਤੁਹਾਡੇ ਤੇ ਮੈਨੂੰ ਵਿਸ਼ਵਾਸ ਹੈ, ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਤੇ ਬੜੇ ਬਲ ਬੜੀ ਤਾਕਤ ਨਾਲ ਮੇਰੀ ਸਹਾਇਤਾ ਕਰਕੇ ਮੇਰੇ ਜਿਹੜੇ ਵਿਰੋਧੀ ਨੇ ਤੁਸੀਂ ਉਹਨਾਂ ਨੂੰ ਨਾਸ਼ ਕਰਨ ਵਾਲੇ ਹੋ, ਤੇ ਤੁਹਾਡੇ ਹੁੰਦਿਆਂ ਹੁਣ ਕੋਈ ਮੇਰੇ ਨਾਲ ਝਗੜਾ ਨਹੀਂ ਕਰ ਸਕਦਾ ਹੈ ਜੀ। ਕਬਿਤ ਸੁਲਹੀ ਸਲਾਹ ਤੁਮ ਸਕਾ ਹੋ ਵਿਸਾਲ ਮੇਰੇ, ਤੇਰੀ ਸੁਧ ਸੁਨ ਕੈ ਚੜਾਈ ਕਰ ਆਇਓ। ਸੁਲਹੀ ਖਾਂ ਪ੍ਰਿਥਵੀ ਚੰਦ ਜਦੋਂ ਇਹ ਬਚਨ ਸੁਣਦਾ ਤੇ ਅੱਗੋਂ ਇਹਨੇ ਵੀ ਉਹਦੀ ਸ਼ਲਾਘਾ ਕੀਤੀ, ਇਹ ਅੱਗੋਂ ਪ੍ਰਿਥਵੀ ਚੰਦ ਦੀ ਸਿਫਤ ਕਰਦਾ ਹੈ, ਕਹਿੰਦਾ ਵੇਖ ਤੁਮ ਸਕਾ ਹੋ ਵਿਸਾਲ ਮੇਰੇ, ਤੂੰ ਮੇਰਾ ਸਖਾ ਹੈ, ਤੂੰ ਮੇਰਾ ਮਿੱਤਰ ਹੈ, ਤੇਰੀ ਸੁਧ ਸੁਣ ਕੇ ਜਿਸ ਵੇਲੇ ਤੇਰਾ ਸੁਨੇਹਾ ਪਹੁੰਚਿਆ ਕਿ ਮੇਰੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਹੈ, ਵੇਖ ਮੈਂ ਉਸ ਵੇਲੇ ਆ ਗਿਆ ਵਾਂ, ਚੜਾਈ ਕਰ ਆਇਓ, ਮੈਂ ਚੜਾਈ ਕਰਕੇ ਆ ਗਿਆ ਹਾਂ ਜੀ। ਬੰਦੋ ਗੁਰੂ ਅਰਜਨ ਲਿਓ ਮੈਂ ਪਕਰ ਕਰ, ਰਾਮਦਾਸ ਨਗਰੀ ਕੋ ਸਾਗਰੀ ਲਟਾਇਓ। ਕਹਿਣ ਲੱਗਾ ਪ੍ਰਿਥਵੀ ਚੰਦ ਤੂੰ ਹੁਣ ਫਿਕਰ ਨਾ ਕਰ, ਚਿੰਤਾ ਨਾ ਕਰ, ਮੈਂ ਆ ਗਿਆ ਵਾਂ, ਤੇ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਨੂੰ ਮੈਂ ਗ੍ਰਿਫਤਾਰ ਕਰ ਲਵਾਂਗਾ। ਇਹ ਜੋ ਨਗਰੀ ਬਸਾਈ ਹੋਈ ਹੈ, ਜਿੰਨਾ ਉਹਨਾਂ ਦਾ ਸਾਜੋ ਸਮਾਨ ਹੈ, ਸਾਰੇ ਦਾ ਸਾਰਾ ਉਹਨਾਂ ਦੇ ਕੋਲੋਂ ਮੈਂ ਖੋਹ ਲਵਾਂਗਾ, ਉਹਨਾਂ ਨੂੰ ਮੈਂ ਪਕੜ ਲਵਾਂਗਾ ਜੀ। ਤੋਹੇ ਸੋ ਮਿਲਾਪ ਕਰ ਅਦਕ ਪ੍ਰਤਾਪ ਕਰ, ਰਿਪਨ ਸੰਤਾਪ ਕਰ ਸ਼ਾਹੋ ਪਾਸ ਜਾਇਓ। ਕਹਿਣ ਲੱਗੇ ਤੋਹੇ ਸੋ ਮਿਲਾਪ ਕਰ, ਤੇਰੇ ਨਾਲ ਮਿਲਾਪ ਕਰਕੇ ਅਦਕ ਪ੍ਰਤਾਪ ਕਰ, ਤੇਰਾ ਮੈਂ ਚੰਗਾ ਇੱਥੇ ਪ੍ਰਭਾਵ ਪਾ ਕੇ ਜਾਵਾਂਗਾ। ਜਿਵੇਂ ਆਮ ਕਹਿ ਦਿੱਤਾ ਜਾਂਦਾ ਨਾ ਕਿ ਚਿੰਤਾ ਨਾ ਕਰ, ਮੈਂ ਆ ਗਿਆ, ਤੇਰੀ ਹੁਣ ਮੈਂ ਇੱਥੇ ਬੱਲੇ ਬੱਲੇ ਕਰਵਾ ਕੇ ਜਾਵਾਂਗਾ। ਸੁਲਹੀ ਖਾਂ ਇਹ ਝੂਠਾ ਜਿਹਾ ਹੌਸਲਾ ਦੇ ਰਿਹਾ ਇਹਨੂੰ ਪ੍ਰਿਥਵੀ ਚੰਦ ਨੂੰ, ਕਹਿੰਦਾ ਮੈਂ ਆ ਗਿਆ ਵਾਂ, ਹੁਣ ਮੈਂ ਤੈਨੂੰ ਮਿਲਾਂਗਾ, ਅਦਕ ਪ੍ਰਤਾਪ ਕਰ, ਤੇਰਾ ਪ੍ਰਤਾਪ ਲਾ ਕੇ ਜਾਵਾਂਗਾ, ਤੇਰੀ ਬੱਲੇ ਬੱਲੇ ਕਰਵਾ ਕੇ ਜਾਵਾਂਗਾ,
तेरा पूरा प्रभाव बना के जावांगा। अरेपन संताप कर जो तेरे दुखी ने उन्होंने मैं दुखी करके जावांगा। शाह पास जायो फिर मैं जहांगीर दे कोल जावांगा जी। सबको सुनायो गुरु तुम है बनायो, सखा को सुखदायो विशाल जस पायो। सारियां नूं मैं सुनावांगा कि मैं पृथ्वी चंद नूं गुरु बना दिता है। मेरा मित्र सी, अपने मित्र नूं मैं सुख दे के ते विशाल जस पावांगा। लोग फिर मेरी भी कीर्ति करनगे कि सुली खां ने बहुत वधिया कीता, चंगी ओने मित्रता निभाई है, ओने सज्जनता पूरी निभाई है, पृथ्वी चंद दी ओने बड़ी सहायता कीती है। मेरा भी जस होएगा। मैं तेनू गुरु बना के तेरी जय जयकार करवा के सारियां नूं सुना के फिर मैं जहांगीर दे कोल जावांगा जी। पृथ्वी बखानी साध साध प्रीत ठानी, शुभ कीरत महानी जग भाई सखा दोए की। पृथ्वी चंद कहंदा साध साधमुख शबाश शबाश, मैं तुहाडे तो सदके सोहणी खां कि तुसी इन्ना मैनू प्यार कीता, इन्ना तुसी मैनू मान दे रहे हो। शुभ कीरत महानी ते कहंदा जग विच साडे दोवां मित्रां दी ना पर बड़ी कीर्ति होई है। जग पाई सखा दोए की, साडे दोनां मित्रां दी, दोनां सखियां दी, दोनां सज्जणां दी बड़ी कीर्ति होई है जी। आगमन तेरे सुन गयो है पलाए रेप, पूरी को उजार कियो वस्तु ना कोई की। ते कहंदा कि सुलही अखां गल इदां भी हुण तैनू श्री अमृतसर आउण दी लोड़ नहीं है, तुसी इथों वापस चले जाओ। वो कहंदा क्यों? कहंदा कारण यह है कि आगमन तेरो सुन, जदों तेरे आउण दा पता लग्या, हालांकि गुरु अर्जुन देव महाराज वो पहले ही चले गए सन, कलेश तो झगड़े तो महाराज कहंदे आपां की लैण आए, शांति देण वाले शांति दे पुंज महाराज पहले चले गए। ये कहंदा भी आगमन तेरो सुन, जदों गुरु अर्जुन देव जी ने सुनिया भी तू आ रहा है, गयो है पुलाए रिप, वो कहंदे ने इथों चले गए ने, पूरी को उजार कियो वस्तु ना कोई की। कहंदे इवें अपने घर दा सारा साजो समान भी लै गए, जो उन्हां दी कीमती चीजां सी वो लैके चले गए हन जी। महासमराथ तुम नाम लिए काम होए, आप चल आए पुन चिंता किस लोए की। ते अगों पर कहंदा कि हे सुलही खां तू बड़ा समर्थ है, तू बड़ा ताकत वाला है, तेरे कोल बड़ी शक्ति है, तेरा इना दबदबा है कि तुम नाम लिए काम हो है कि तेरा ते ना लैण दे नाल काम हो जांदे ने। तेरी इन्नी चलदी सरकारे दरबारे, तेरी इन्नी पहुंच है, लोकां दे मन च तेरा इना डर है, तेरे कोल इन्नी ताकत है, तेरा नाम लैके सारे काम हो जांदे ने। आप चल आए मेरी सहायता करन दे लई, तुसी आप चल के आए हो, पुन चिंता किस लोए कि मैनू हुण कादी चिंता है, मैनू हुण किसे दी की परवाह है, मैनू किसे दुखी दी पुरश दी हुण कोई परवाह नहीं है जी। कृत कृत कीन सब काज को सुधार दीन, मोह पयोपकार कीन रीत तार तोए की। तुसां ने मैनू निहाल कर दिता है, मेरे सारे कारज तुसां ने सवार दिते ने। कहन लगा ये तुसां ने मेरे ते बहुत बड़ा उपकार कीता है। कहन लगे तुसी बरिश अते जल दी रीति, जिवें दोवें मिल के एक रूप हुंदे ने, जल अते बरिश, ते फिर दूसरियां दा भला करदे ने, इस तरह तुसां ने मेरा भला करया है जी। सवैया मैं अब लोक बुलाए मिलाए कै, फिर पुरी को बनाए बसाऊं। कहन लगा भी हुण ऐ सुलही खां जेड़े लोग चले गए ने, इतों गुरु अर्जुन देव महाराज दे जान करके जेड़े ये सोचते ने भी असीं गुरु अर्जुन देव जी करके आए सन जी, वो चले गए ने, इतों ते आपां भी चले जाने। जेड़े चले गए ने कहंदा मैं फिर उन्हां नूं बुलावांगा, मैं फिर उन्हां नूं इकट्ठियां करांगा, मैं फिर लैके आवांगा, मैं ये फिर जिहड़ी पूरी उस तरह वसावांगा। उस तरह श्री दरबार साहिब ते जो गुरु का बाजार है उत्थे फिर पहला मंगा रौनकां
ਜਿਹੜੀਆਂ ਉਹ ਲਗਾਵਾਂਗਾ ਜੀ। ਜੇ ਉਜਰੇ ਉਜਰੇ ਸੋ ਰਹੋ, ਪੁਨ ਆਏ ਬਸੈ ਤਬ ਮੈਂ ਨਾ ਹਟਾਊ। ਤੇ ਜਿਹੜੇ ਨਾ ਆਉਣਗੇ ਉਹਨਾਂ ਦੀ ਮਰਜ਼ੀ ਹੈ, ਮੈਂ ਸੁਨੇਹੇ ਭੇਜਾਂਗਾ। ਜਿਹੜਾ ਉਜੜਦਾ ਰਹੇ, ਤੇ ਜਿਹੜੇ ਆਉਣ ਨੂੰ ਤਿਆਰ ਨੇ, ਰਹਿਣ ਨੂੰ ਤਿਆਰ ਨੇ, ਉਹਨਾਂ ਨੂੰ ਮੈਂ ਇੱਥੇ ਵਸਣ ਦਿਆਂਗਾ, ਉਹਨਾਂ ਨੂੰ ਬਾਹਰ ਨਹੀਂ ਕੱਢਾਂਗਾ ਜੀ। ਆਪ ਪਿਆਨ ਕਰੋ ਘਰ ਕੋ, ਸੁਖ ਹੋਏ ਤੋ ਮੈਂ ਇਮ ਨੀਤ ਮਨਾਉ। ਤੇ ਕਹਿੰਦਾ ਹੁਣ ਬੇਨਤੀ ਹੈ ਕਿ ਸੁਲਹੀ ਖਾਂ ਜੀ, ਆਪ ਪਿਆਨ ਕਰੋ ਘਰ ਕੋ, ਤੁਸੀਂ ਹੁਣ ਆਪਣੇ ਘਰ ਨੂੰ ਚਲੇ ਜਾਓ। ਸੁਖ ਹੈ ਤੁਮੇ, ਤੁਸੀਂ ਸਦਾ ਸੁਖ ਮਾਣੋ, ਇਮ ਨੀਤ ਮਨਾਉ। ਬਸ ਮੇਰੀ ਇਹੀ ਅਰਦਾਸ ਹੈ, ਮੈਂ ਇਹੀ ਕਾਮਨਾ ਕਰਦਾ ਹਾਂ, ਮੇਰੀ ਇਹੀ ਤਮੰਨਾ ਹੈ ਕਿ ਸੁਲਹੀ ਖਾਂ ਤੂੰ ਖੁਸ਼ ਰਹੇ। ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਓ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜੁਨ ਦੇਵ ਮਹਾਰਾਜ ਚਲੇ ਗਏ ਨੇ। ਆਪਣੇ ਘਰ ਜਾ ਕੇ ਸੁਖ ਮਾਣੋ ਜੀ। ਸ਼ਾਹੋ ਸੁਮੇਲ ਰਹੋ ਨਿਤ ਬਾੜਤ, ਚੌਗਨ ਕਾਮ ਅਸੀਸ ਮੈਂ ਗਾਉ। ਤੁਹਾਡਾ ਜਿਹੜਾ ਜਹਾਂਗੀਰ ਬਾਦਸ਼ਾਹ ਦੇ ਨਾਲ ਹੈ, ਉਹ ਨਿਤ ਮੇਲ ਮਿਲਾਪ ਇਸੇ ਤਰ੍ਹਾਂ ਹੁੰਦਾ ਰਹੇ। ਸਰਕਾਰੀ ਦਰਬਾਰੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲਦੀ ਰਹੇ। ਬਾਦਸ਼ਾਹ ਨਾਲ ਤੁਹਾਡੀ ਚੰਗੀ ਨੇੜਤਾ ਹੋਰ ਬਣ ਜਾਏ। ਅਸੀਸ ਮੈਂ ਗਾਉਂ, ਬਸ ਮੈਂ ਇਹੀ ਅਸੀਸ ਦਿੰਦਾ ਹਾਂ, ਮੈਂ ਇਹੀ ਪ੍ਰਾਰਥਨਾ ਕਰਦਾ ਹਾਂ। ਪ੍ਰਿਥਵੀ ਚੰਦ ਇਸ ਤਰ੍ਹਾਂ ਕਹਿ ਕੇ ਸੁਲਹੀ ਖਾਂ ਨੂੰ ਤਾਂ ਵਾਪਸ ਭੇਜ ਦਿੰਦਾ ਹੈ। ਤੇ ਫਿਰ ਬਾਅਦ ਵਿੱਚ ਇਹ ਆਪ ਕੀ ਚਾਲਾਂ ਚੱਲਦਾ ਏ, ਇਹ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਇੰਨੀ ਸੇਵਾ ਅੱਜ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।